ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਘਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਰੂਪ ਸਾਧ ਸੰਗਤ ਜੀਓ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਆਪਾਂ ਅੱਜ ਜੋ ਗ੍ਰੰਥ ਵਿਦਿਆਰਥੀਆਂ ਨੂੰ ਕਥਾ ਸਿੱਖਣ ਤੋਂ ਪਹਿਲਾਂ ਪੜ੍ਹਾਈ ਜਾਂਦੇ ਹੈ, ਉਹਨਾਂ ਵਿੱਚੋਂ ਜੋ ਗ੍ਰੰਥ ਭਾਵਰਸਾਮ੍ਰਿਤ ਹੈ, ਉਸ ਦੀ ਆਪਾਂ ਜਿਹੜੀ ਹੈ ਕਥਾ ਕਰਨ ਲੱਗੇ ਹਾਂ। ਇਹ ਗ੍ਰੰਥ ਬਹੁਤ ਲਾਹੇ ਦੇ ਹੈ, ਜਿਸ ਨੂੰ ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਸੰਤ ਮਹਾਂਪੁਰਸ਼ਾਂ ਨੇ ਲਿਖਿਆ ਹੈ। ਕਥਾ ਜਿਹੜੇ ਕੋਈ ਵਿਦਿਆਰਥੀ ਸੰਪਰਦਾ ਦੇ ਵਿੱਚ ਸਿੱਖਦੇ ਹੈ, ਉਹ ਇਹ ਗ੍ਰੰਥਾਂ ਨੂੰ ਪੜ੍ਹਦੇ ਹੈ। 5 ਗ੍ਰੰਥ ਹੈ। ਚਣਾਕਾ ਰਾਜਨੀਤੀ, ਇਸੇ ਤਰ੍ਹਾਂ ਸਾਰ ਕਤਾਵਲੀ, ਭਾਵਰਸਾਮ੍ਰਿਤ, ਵਿਚਾਰ ਮਾਲਾ ਤੇ ਅਧਿਆਤਮ ਪ੍ਰਕਾਸ਼। ਇਹ 5 ਗ੍ਰੰਥ ਜਿਹੜਾ ਵਿਦਿਆਰਥੀ ਪੜ੍ਹ ਲੈਂਦਾ, ਉਹ ਕਥਾ ਦੇ ਯੋਗ ਹੋ ਜਾਂਦਾ ਹੈ ਕਰਨ ਦੇ। ਉੱਪਰ ਦੀ ਸਿੱਖਿਆ ਬਹੁਤ ਹੈ। ਹੋਰ ਵਿਚਾਰ ਸਾਗਰ, ਵਿਚਾਰ ਚੰਦਰ, ਰੋਦੇ, ਬ੍ਰਿਤੀ ਪ੍ਰਭਾਕਰ, ਇਹ ਵੱਡੇ ਗ੍ਰੰਥ ਹਨ। ਪਹਿਲਾਂ ਇਹ 5 ਗ੍ਰੰਥ ਜੇ ਪੜ੍ਹੇ ਜਾਣ, ਫਿਰ ਵੈਰਾਗ ਸ਼ਤਕ, ਪ੍ਰਬੋਧ ਚੰਦਰ ਨਾਟਕ, ਵਿਚਾਰ ਚੰਦਰ, ਰੋਦੇ, ਇਹਨਾਂ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਅਗਲੇ ਗ੍ਰੰਥਾਂ 'ਚ ਪਰਿਵਰਤਨ ਹੋਈਦਾ ਹੈ। ਇਸੇ ਤਰ੍ਹਾਂ ਭਾਵਰਸਾਮ੍ਰਿਤ ਗ੍ਰੰਥ, ਇਹ ਕਵੀ ਜੋ ਕ੍ਰਿਤ ਜਿਨ੍ਹਾਂ ਦੀ ਪੰਡਿਤ ਗੁਲਾਬ ਸਿੰਘ ਜੀ ਹੋਣੀ ਨਿਰਮਲੇ ਸੰਤ ਮਹਾਂਪੁਰਸ਼ ਹੋਏ ਆ, ਉਹਨਾਂ ਦਾ ਲਿਖਿਆ ਹੋਇਆ ਗ੍ਰੰਥ ਹੈ। ਜਿਸ ਕਰਕੇ ਆਪਾਂ ਭਾਵਰਸਾਮ੍ਰਿਤ ਦੀ ਕਥਾ ਇੱਥੇ ਹੁਣ ਅੱਜ ਆਪਾਂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਕਿ ਭਾਵਰਸਾਮ੍ਰਿਤ ਗ੍ਰੰਥ ਦਾ ਜੋ ਕਰਤਾ ਹੈ, ਜਿਨ੍ਹਾਂ ਲਿਖਿਆ ਇਸ ਗ੍ਰੰਥ ਨੂੰ, ਉਹਨਾਂ ਦਾ ਜੀਵਨ ਆਪਾਂ ਜਿੰਨਾ ਕੁ ਮਹਾਂਪੁਰਸ਼ਾਂ ਨੇ ਲਿਖੇ ਹੈ ਗ੍ਰੰਥਾਂ ਵਿੱਚ, ਟੀਕਿਆਂ ਵਿੱਚ, ਉਹ ਸਰਵਣ ਕਰਾਂਗੇ। ਕਿਉਂਕਿ ਜਿਸ ਵਿਦਵਾਨ ਦੀ ਲਿਖੀ ਹੋਈ ਰਚਨਾ ਨੂੰ ਪਹਿਲਾਂ ਪੜ੍ਹੀਏ, ਪਹਿਲਾਂ ਉਹਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਕਿੱਥੇ ਰਹਿੰਦੇ ਸਨ, ਕਿਵੇਂ ਉਹਨਾਂ ਨੇ ਵਿੱਦਿਆ ਪੜ੍ਹੀ, ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਸੀ, ਕਿਹੜੀ ਸਨ 'ਚ ਉਹਨਾਂ ਦਾ ਜਨਮ ਹੋਇਆ, ਕਿਵੇਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ। ਇਹ ਸਾਰੀਆਂ ਗੱਲਾਂ ਪਤਾ ਹੋਣੀਆਂ ਸਾਨੂੰ ਯੋਗ ਹਨ। ਸਭ ਤੋਂ ਪਹਿਲਾਂ ਭਾਵਰਸਾਮ੍ਰਿਤ ਗ੍ਰੰਥ ਦੀ ਕਥਾ ਤੋਂ ਪਹਿਲਾਂ
ਆਪਾਂ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਦੇ ਜੀਵਨ ਬਾਰੇ ਥੋੜ੍ਹੀ ਉਥਾਨਕਾ ਪੜ੍ਹਾਂਗੇ। ਫਿਰ ਆਪਾਂ ਜਿਹੜਾ ਹੈ ਪਹਿਲਾ ਜੋ ਛੰਦ ਹੈ ਭਾਵਰ ਸਾਮਰਥ ਦਾ, ਜਿੱਥੋਂ ਗ੍ਰੰਥ ਪ੍ਰਾਰੰਭ ਹੋਵੇਗਾ, ਉਹ ਆਪਾਂ ਉਹਨੂੰ ਸਵਈਆ ਆਰੰਭ ਕਰਾਂਗੇ। ਹੁਣ ਆਪਾਂ ਉਹਨਾਂ ਦੇ ਜੀਵਨ ਬਾਰੇ ਅੱਜ ਜਿਹੜੀ ਹੈ ਝਾਤੀ ਪਾਵਾਂਗੇ। ਆਓ ਆਪਾਂ ਹੁਣ ਉਹਨਾਂ ਦੇ ਜੀਵਨ ਬਾਰੇ ਜਿਹੜਾ ਹੈ ਪੜ੍ਹੀਏ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਸੰਸਾਰ 'ਤੇ ਕਿਰਪਾਲੂ ਦਿਆਲੂ ਹੋ ਕੇ ਅਨੁਗ੍ਰਹਿ ਕਿਰਪਾ ਕੀਤੀ ਹੈ, ਉਹਨਾਂ ਉਸ ਅਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰਗੁਣ ਰੂਪ ਧਾਰ ਕੇ ਨਿਰਮਲ ਪੰਥ ਦਾ ਨਿਰਮਾਣ ਕੀਤਾ। ਆਪ ਗੁਰੂ ਨਾਨਕ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ, ਸੰਸਾਰ ਦੇ ਭਲੇ ਲਈ ਅਨੇਕਾਂ ਕਰਤੱਵ ਕੀਤੇ, ਅਨੇਕਾਂ ਜੀਵਾਂ ਨੂੰ ਤਾਰਿਆ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਜਿਹੜੀ ਵਾਰ ਹੈ ਪਹਿਲੀ, ਉਹਦੀ ਪੌੜੀ 45 ਵਿੱਚ ਬਚਨ ਲਿਖੇ ਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇੱਥੋਂ ਨਿਰਮਲ ਪੰਥ ਚੱਲਿਆ ਅਤੇ ਇਸੇ ਨਿਰਮਲ ਪੰਥ ਨੂੰ ਹੀ 10ਵੇਂ ਜਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 52 ਕਵੀ ਰੱਖ ਕੇ ਆਪਣੇ ਪਾਸ ਅਨੇਕਾਂ ਰਚਨਾਵਾਂ ਸੰਸਾਰ ਦੇ ਭਲੇ ਲਈ ਕਰਵਾਈਆਂ। ਅਨੇਕਾਂ ਸੰਸਕ੍ਰਿਤ ਗ੍ਰੰਥ ਦੇ ਭਾਸ਼ਾ ਵਿੱਚ ਉਲੱਥੇ ਕਰਵਾਏ। ਗੁਰੂ ਨਾਨਕ ਸਾਹਿਬ ਦੇ ਚਲਾਏ ਨਿਰਮਲ ਪੰਥ ਨੂੰ ਪ੍ਰਫੁੱਲਤ ਕੀਤਾ। ਜਿੱਥੇ ਆਪ ਜੀ ਤੋਂ ਅਨੇਕਾਂ ਗੁਰਸਿੱਖ ਵਰਸਾਏ, ਉੱਥੇ ਇੱਕ ਸੰਤ ਭਾਈ ਮਾਨ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਖੁਸ਼ੀਆਂ ਦੇ ਪਾਤਰ ਬਣੇ। ਪੂਰਨ ਗੁਰਸਿੱਖ ਨਾਮ ਬਾਣੀ ਦੇ ਰਸੀਏ ਸੰਤ ਭਾਈ ਮਾਨ ਸਿੰਘ ਜੀ ਹੋਏ ਅਤੇ ਇਹਨਾਂ ਦੇ ਸ਼ਿਸ਼ ਪੰਡਿਤ ਗੁਲਾਬ ਸਿੰਘ ਜੀ ਸੰਸਾਰ ਦੇ ਪ੍ਰਸਿੱਧ ਵਿਦਵਾਨਾਂ ਵਿੱਚ ਹੋਏ ਹਨ, ਜਿਨ੍ਹਾਂ ਨੇ ਭਾਵਰ ਸਾਮਰਥ ਗ੍ਰੰਥ ਲਿਖਿਆ ਹੈ। ਜਿਨ੍ਹਾਂ ਨੇ ਇਹ ਗ੍ਰੰਥ ਭਾਵਰ ਸਾਮਰਥ ਲਿਖਿਆ ਹੈ, ਆਪਾਂ ਹੁਣ ਉਹਨਾਂ ਦਾ ਜਿਹੜਾ ਜੀਵਨ ਹੈ, ਜੋ ਉਹਨਾਂ ਗ੍ਰੰਥਾਂ ਦੀ ਰਚਨਾ ਕੀਤੀ, ਉਹਨਾਂ ਦਾ ਵੇਰਵਾ ਦਿੰਦੇ ਹਾਂ। ਇਸ ਤਰ੍ਹਾਂ ਇਸ ਮਹਾਨ ਵਿਦਵਾਨ ਦਾ ਜਨਮ ਪਾਕਿਸਤਾਨ ਵਿੱਚ ਜ਼ਿਲ੍ਹਾ ਲਾਹੌਰ, ਤਹਿਸੀਲ ਚੂਹਣੀਆਂ ਦੇ ਨਗਰ ਸੇਖਵਾ ਵਿੱਚ ਚੱਬੇ ਗੋਤ ਦੇ ਜ਼ਿਮੀਂਦਾਰ ਪਿਤਾ ਰਾਇਆ ਦੇ ਘਰ ਮਾਤਾ ਗੌਰੀ ਦੀ ਕੁੱਖ ਤੋਂ ਸੰਮਤ 1799 ਬਿਕਰਮੀ ਨੂੰ ਹੋਇਆ ਹੈ ਜਨਮ ਇਹਨਾਂ ਦਾ। ਇਹ ਜਿਹੜਾ ਸੇਖਵਾ ਨਗਰ ਹੈ, ਇਹ ਸੇਖਵਾ ਪਿੰਡ ਪੱਤੋ ਕੀ ਮੰਡੀ ਤੋਂ 4 ਮੀਲ ਪੱਕੀ ਸੜਕ ਦੇ ਕੰਢੇ ਉੱਪਰ ਕੱਚੀ ਕੋਠੀ ਤੋਂ 4-5 ਕੋਹ ਦੇ ਕਰੀਬ ਹੈ। ਇਹਦੇ ਪੰਡਿਤ ਗੁਲਾਬ ਸਿੰਘ ਜੀ ਦੀ ਯਾਦਗਾਰ ਵਿੱਚ ਖੂਹ ਵੀ ਸੁਭਾਏਮਾਨ ਹੈ। ਇਸ ਤਰ੍ਹਾਂ ਇਹਨਾਂ ਦਾ ਜਦੋਂ ਜਨਮ ਹੋਇਆ, ਖਾਨਦਾਨੀ ਗੁਰੂ ਘਰ ਦੇ ਸ਼ਰਧਾਲੂ ਹੋਣ ਕਰਕੇ ਪੁੱਤਰ ਦਾ ਨਾਮਕਰਨ ਕੀਤਾ ਮਾਤਾ ਪਿਤਾ ਨੇ। ਇਹ ਸਹਿਜਧਾਰੀ ਗੁਰਸਿੱਖ ਪਰਿਵਾਰ ਨੇ ਬਾਲਕ ਦਾ ਨਾਮ ਗੁਲਾਬਾ ਰੱਖਿਆ। ਮਾਤਾ ਦੀ ਗੋਦ ਤੋਂ ਪਿਤਾ ਦੇ ਆਂਗਨ ਤੁਰਨ ਫਿਰਨ ਬਾਲ ਅਵਸਥਾ ਹੰਢਾਉਂਦਿਆਂ ਵੱਡੇ ਹੋਏ। ਬਚਪਨ ਦਾ ਦੂਸਰਾ ਦੌਰਾ ਸ਼ੁਰੂ ਹੋਇਆ, ਜਿਸ ਦੇ ਵਿੱਚ ਖਾਣ ਪੀਣ ਅਤੇ ਮਾਤਾ ਪਿਤਾ ਦੇ ਪਰਿਵਾਰ ਦੇ ਮੋਹ ਦੀਆਂ ਜੰਜੀਰਾਂ ਜਕੜ ਕੇ ਰੱਖਦੀਆਂ ਹਨ। ਪਰ ਇਹ ਮਹਾਨ ਪੁਰਸ਼ ਪੰਡਿਤ ਗੁਲਾਬ ਸਿੰਘ ਆਮ ਬੱਚਿਆਂ ਨਾਲੋਂ ਨਿਰਾਲਾ ਸੀ। ਜਨਮ ਤੋਂ ਪਿਛਲੇ ਜਨਮ ਜਨਮਾਂਤਰਾਂ ਦੇ ਸੰਸਕਾਰਾਂ ਕਰਕੇ ਉਪਰਾਮਤਾ ਵਾਲੀ ਬਿਰਤੀ ਸੀ। ਗੁਰੂ ਸਾਹਿਬ ਵੀ ਕਹਿੰਦੇ ਹੈ, ਇਹ ਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ, ਕਿ ਗੁਰਮੁਖ ਪਾਰ ਉਤਰਦੇ। ਇਸ ਤਰ੍ਹਾਂ ਨਿਰਾਲੇ ਸਨ, ਮੋਹ 'ਚ ਨਹੀਂ ਫਸੇ, ਉਪਰਾਮਤਾ ਵਾਲੀ ਬਿਰਤੀ ਸੀ। ਬਚਪਨ ਵਿੱਚ ਜੋ ਬੱਚਿਆਂ ਨੂੰ ਖੇਡਾਂ ਪਿਆਰੀਆਂ ਹੁੰਦੀਆਂ ਹਨ, ਗੁਲਾਬ ਸਿੰਘ ਇਹਨਾਂ ਖੇਡਾਂ ਤੋਂ ਬਰਾਮ ਵਿਰਾਗੀ ਸਨ।
ਜ਼ਿਮੀਂਦਾਰ ਘਰਾਣਾ ਹੋਣ ਕਰਕੇ ਜੋ ਬੱਚਿਆਂ ਨੂੰ ਅੱਗੇ ਵੱਛੇ ਚਾਰ ਲਈ ਭੇਜਿਆ ਜਾਂਦਾ ਹੈ। ਪਰ ਗੁਲਾਬ ਸਿੰਘ ਇਹਨਾਂ ਤੋਂ ਵੀ ਉਪਰਾਮ। ਗੁਰੂ ਮਹਾਰਾਜ ਵੀ ਇਸੇ ਤਰ੍ਹਾਂ ਹੀ ਸਨ ਕਿ ਸੱਚੇ ਪਾਤਸ਼ਾਹ ਵੀ ਉਪਰਾਮ ਮਾਤਾ ਪਿਤਾ ਭੇਜਦੇ, ਪਰ ਗੁਰੂ ਜੀ ਆਪਣੀ ਮੌਜ 'ਚ ਰਹਿੰਦੇ। ਇਸੇ ਤਰ੍ਹਾਂ ਸਾਧੂਆਂ ਦਾ ਸੁਭਾਅ ਵੀ ਹੁੰਦਾ ਹੈ। ਆਪਣੇ ਪਿੰਡ ਵਿੱਚ ਰਹਿਣ ਵਾਲੇ ਸੰਤ ਮਾਨ ਸਿੰਘ ਜੀ ਪਾਸੋਂ ਗੁਰੂ ਘਰ ਦੀ ਵਿੱਦਿਆ ਪੜ੍ਹਨੀ ਆਰੰਭ ਕਰ ਦਿੱਤੀ। ਇਹਨਾਂ ਦੀ ਨਿਰਮਲ ਬੁੱਧ ਦਾ ਪ੍ਰਭਾਵ ਸੰਤ ਮਾਨ ਸਿੰਘ ਜੀ ਦੇ ਵੀ ਬੜਾ ਪਿਆ ਕਿ ਹੋਣਹਾਰ ਵਿਦਿਆਰਥੀ ਹੈ। ਭਾਵੇਂ ਉਹ ਆਪ ਵੀ ਚੰਗੇ ਵਿਦਵਾਨ ਸਨ, ਪਰ ਉਹਨਾਂ ਨੇ ਆਪਣੇ ਵਿਦਿਆਰਥੀ ਨੂੰ ਆਪਣੇ ਨਾਲੋਂ ਵੀ ਵਧੇਰੇ ਵਿਦਵਾਨ ਬਣਾਉਣ ਲਈ ਸੋਚਿਆ ਅਤੇ ਗੁਰਮਤਿ ਦੀ ਪੂਰੀ ਵਿੱਦਿਆ ਪੜ੍ਹ ਕੇ 16 ਵਰ੍ਹਿਆਂ ਦੀ ਉਮਰ ਵਿੱਚ ਉੱਘੇ ਵਿਦਵਾਨ ਬਣ ਗਏ। ਸੰਤ ਮਾਨ ਸਿੰਘ ਜੀ ਨੇ ਕੇਵਲ ਵਿੱਦਿਆ ਹੀ ਨਹੀਂ ਦਿੱਤੀ, ਸਗੋਂ ਪੂਰਨ ਸਾਧੂਆਂ ਵਾਲਾ ਜੀਵਨ ਵੀ ਪ੍ਰਦਾਨ ਕੀਤਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਜੀ ਨੂੰ ਮਹਾਂਪੁਰਸ਼ਾਂ ਦੀ ਸੰਗਤ ਨੇ ਸੰਸਾਰ ਵੱਲੋਂ ਪੂਰੀ ਤਰ੍ਹਾਂ ਉਪਰਾਮ ਕਰ ਦਿੱਤਾ। ਮਹਾਂਪੁਰਸ਼ਾਂ ਨੇ ਵਿੱਦਿਆ ਵਿੱਚ ਹੋਰ ਤਰੱਕੀ ਕਰਨ ਲਈ ਇਹਨਾਂ ਨੂੰ ਕਾਂਸ਼ੀ ਭੇਜਿਆ। ਸੰਤ ਮਾਨ ਸਿੰਘ ਉਹਨਾਂ ਨੇ, ਇਹਨਾਂ ਦੇ ਮਨ ਵਿੱਚ ਵੀ ਹੋਰ ਵਿੱਦਿਆ ਪੜ੍ਹਨ ਦਾ ਸ਼ੌਂਕ ਸੀ। ਸੰਤ ਮਾਨ ਸਿੰਘ ਜੀ ਨੂੰ ਪਤਾ ਸੀ ਕਿ ਕਾਂਸ਼ੀ ਦੇ ਪੰਡਿਤ ਗੁਲਾਬ ਸਿੰਘ ਨੂੰ ਜ਼ਿਮੀਂਦਾਰ ਹੋਣ ਕਰਕੇ ਵਿੱਦਿਆ ਨਹੀਂ ਪੜ੍ਹਾਉਣਗੇ, ਕਿਉਂਕਿ ਬ੍ਰਾਹਮਣ ਦਾ ਪੁੰਨ ਦਾ ਮਾਣ ਕਰਦੇ। ਅਤੇ ਹੁਣ ਇਹ ਜਿਹੜਾ ਹੈ ਇਹ ਵੈਸਾਂ ਵਾਲਾ ਕੰਮ ਹੈ, ਖੇਤੀ ਕਰਨੀ। ਇਸ ਲਈ ਉਹਨਾਂ ਨੇ ਸਾਧੂ ਬਾਣਾ ਧਾਰਨ ਕਰਨ ਦੀ ਰਾਏ ਦਿੱਤੀ ਪੰਡਿਤ ਗੁਲਾਬ ਸਿੰਘ ਜੀ ਨੂੰ। ਪੰਡਿਤ ਗੁਲਾਬ ਸਿੰਘ ਜੀ ਸਾਧੂ ਬਾਣਾ ਧਾਰਨ ਕਰਕੇ ਕਾਂਸੀ ਪੁੱਜ ਗਏ ਅਤੇ ਪਾਠਸ਼ਾਲਾ ਵਿੱਚ ਵਿੱਦਿਆ ਪੜ੍ਹਨ ਲੱਗੇ। ਪੜ੍ਹਨ ਵਿੱਚੋਂ ਕੋਈ ਮੁਸ਼ਕਿਲ ਨਹੀਂ ਆਈ। ਸਾਧੂ ਲਿਬਾਸ ਹੋਣ ਕਰਕੇ ਸਭ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਹੋ ਗਈਆਂ। ਕਾਂਸੀ ਦੇ ਪ੍ਰਸਿੱਧ ਆਚਾਰੀਆ ਬ੍ਰਾਹਮਣ ਦੇ ਕੋਲ ਸੰਸਕ੍ਰਿਤ ਵਿੱਦਿਆ ਪੜ੍ਹਨੀ ਸ਼ੁਰੂ ਕਰ ਦਿੱਤੀ। ਪੜ੍ਹਦੇ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ, ਇਸ ਦੇ ਪੜ੍ਹਾਉਣ ਵਾਲੇ ਆਚਾਰੀਆ ਨੂੰ ਗੁਲਾਬ ਸਿੰਘ ਦੇ ਜ਼ਿਮੀਂਦਾਰ ਹੋਣ ਦਾ ਪਤਾ ਲੱਗ ਗਿਆ। ਉਹ ਜਾਤੀ ਦੇ ਅਭਿਮਾਨ ਬ੍ਰਾਹਮਣ ਨੇ ਇਹ ਕਹਿ ਕੇ ਪਾਠਸ਼ਾਲਾ ਵਿੱਚੋਂ ਬਾਹਰ ਕੱਢ ਦਿੱਤਾ ਕਿ ਤੂੰ ਵੈਸ ਜਾਤੀ ਵਿੱਚੋਂ ਹੋਣ ਕਰਕੇ ਵੇਦ ਵਿੱਦਿਆ ਦਾ ਅਧਿਕਾਰ ਨਹੀਂ ਰੱਖਦਾ। ਭਾਈ ਗੁਲਾਬ ਸਿੰਘ ਨੇ ਬੜੇ ਤਰਲੇ ਜਿਹੜੇ ਲਏ, ਬੜੀਆਂ ਮਿਹਨਤਾਂ ਕੀਤੀਆਂ, ਮਹਾਰਾਜ ਐਸਾ ਨਾ ਕਰੋ, ਪਰ ਹੰਕਾਰੀ ਬ੍ਰਾਹਮਣ ਨੇ ਇੱਕ ਨਾ ਸੁਣੀ। ਇੱਕੋ ਹੀ ਗੱਲ 'ਤੇ ਅੜਿਆ ਰਿਹਾ ਕਿ ਵੇਦ ਵਿੱਦਿਆ ਪੜ੍ਹਨ ਅਤੇ ਪੜ੍ਹਾਉਣ ਦਾ ਅਧਿਕਾਰ ਕੇਵਲ ਬ੍ਰਾਹਮਣਾਂ ਨੂੰ ਹੈ। ਛਤਰੀ ਵੇਦ ਵਿੱਦਿਆ ਪੜ੍ਹ ਤਾਂ ਸਕਦਾ, ਪਰ ਪੜ੍ਹਾਉਣ ਦਾ ਅਧਿਕਾਰ ਉਸ ਕੋਲ ਵੀ ਨਹੀਂ ਹੈ। ਵੈਦ ਜਾਤੀ ਦੇ ਲੋਕ ਕੇਵਲ ਸੁਣ ਸਕਦੇ ਹਨ, ਪੜ੍ਹਨ ਦਾ ਅਧਿਕਾਰ ਨਹੀਂ ਰੱਖਦੇ, ਅਤੇ ਸ਼ੂਦਰ ਨਾ ਪੜ੍ਹ ਸਕਦੇ ਹਨ ਨਾ ਹੀ ਸੁਣ ਸਕਦੇ ਹਨ। ਇਸ ਵਿਧਾਨ ਅਨੁਸਾਰ ਜ਼ਿਮੀਂਦਾਰ ਵੈਸ਼ ਜਾਤੀ ਨਾਲ ਸੰਬੰਧ ਰੱਖਦੇ ਹਨ। ਹੁਣ ਇਹ ਮਨੁੱਖ ਜਾਤੀ ਨੂੰ ਚਾਰ ਥਾਵਾਂ 'ਤੇ ਵੰਡਣ ਵਾਲੀ ਮਨੂ ਸੋਚ ਨੇ 3 ਵਰਨਾਂ ਦੇ ਲੋਕਾਂ ਨੂੰ ਵਿੱਦਿਆ ਤੋਂ ਵਾਂਝਾ ਰੱਖਿਆ। ਸਤਯੁਗ, ਤ੍ਰੇਤਾ, ਦੁਆਪਰ ਤੱਕ ਬ੍ਰਾਹਮਣ ਜਾਤੀ ਦੇ ਲੋਕਾਂ ਨੇ ਇਹ ਵੇਦ ਵਿੱਦਿਆ ਦੇ ਗਿਆਨ ਤੋਂ 3 ਵਰਨਾਂ ਦੇ ਲੋਕਾਂ ਨੂੰ ਵਾਂਝਾ ਰੱਖਣ ਦਾ ਪਾਪ ਕੀਤਾ। ਵੇਦ ਵਿੱਦਿਆ ਦਾ ਅਧਿਕਾਰੀ ਨਿਰਮਲ ਬੁੱਧ ਵਾਲਾ ਵਿੱਦਿਆ ਦੇ ਲਈ ਆਚਾਰੀਆਂ ਦੇ ਅੱਗੇ ਤਰਲੇ ਲੈ ਰਿਹਾ ਹੈ, ਜਿਵੇਂ ਕੋਈ ਭੁੱਖਾ ਅਤੇ ਪਿਆਸਾ ਰੋਟੀ ਅਤੇ ਪਾਣੀ ਲਈ ਤਰਲੇ ਲੈਂਦਾ ਹੋਵੇ। ਪਰ ਇਸ ਆਚਾਰੀਆ ਨੇ ਸਾਫ਼ ਜਵਾਬ ਦੇ ਦਿੱਤਾ ਕਿ ਤੈਨੂੰ ਵਿੱਦਿਆ ਨਹੀਂ ਪੜ੍ਹਾ ਸਕਦਾ। ਪਰ ਜਿੰਨੇ ਸਮੇਂ ਵਿੱਚ ਗੁਲਾਬ ਸਿੰਘ ਜੀ ਪੰਡਿਤ ਕੋਲ ਪੜ੍ਹਦੇ ਰਹੇ, ਜਾਤੀ ਤੋਂ ਅਣਜਾਣ ਹੋਣ ਕਰਕੇ ਗੁਲਾਬ ਸਿੰਘ ਨੂੰ ਲਾਇਕ ਵਿਦਿਆਰਥੀ ਸਮਝ ਕੇ ਅਤੇ ਆਗਿਆਕਾਰੀ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਆਪਣੇ ਘਰ ਆਪਣੇ ਬੱਚੇ ਦੇ ਖਿਡਾਵੇ ਦਾ ਯੋਗ ਸਮਝਿਆ। ਇਸ ਲਈ ਇਹ ਪੰਡਿਤ ਜੀ ਦੇ ਘਰ ਨਿਵਾਸ ਰੱਖਦਾ ਸੀ। ਬੱਚੇ ਦੇ ਖਿਡਾਉਣ ਦੇ ਨਾਲ ਨਾਲ ਬ੍ਰਾਹਮਣੀ ਦੇ ਨਾਲ ਘਰ ਦੇ ਕੰਮਕਾਜ ਵਿੱਚ ਵੀ ਪੂਰਾ ਹੱਥ ਵਟਾਉਂਦਾ ਸੀ। ਬ੍ਰਾਹਮਣੀ ਅਤੇ ਬ੍ਰਾਹਮਣ ਇਸ ਦੀ ਸੇਵਾ ਦੇ ਬਹੁਤ ਖੁਸ਼ ਸਨ। ਅਧਿਆਪਕ ਬ੍ਰਾਹਮਣ ਕੰਮ ਦੇ ਲਾਲਚ ਵਿੱਚ ਗੁਲਾਬ ਸਿੰਘ ਨੂੰ ਘਰੋਂ ਤੋਰਨਾ ਨਹੀਂ ਚਾਹੁੰਦਾ ਸੀ। ਹੁਣ ਵਿੱਦਿਆ ਤੋਂ ਬਿਨਾਂ ਗੁਲਾਬ ਸਿੰਘ ਇਹਨਾਂ ਦੇ ਘਰ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ। ਪਰ ਦਾਨਿਆਂ ਦੇ ਕਥਨ ਅਨੁਸਾਰ ਕਿ ਜ਼ਰੂਰਤ ਕਾਢ ਦੀ ਮਾਂ ਹੈ। ਗੁਲਾਬ ਸਿੰਘ ਨੇ ਇੱਕ ਵਿਉਂਤ ਸੋਚੀ ਕਿ ਵਿੱਦਿਆ ਪ੍ਰਾਪਤੀ ਲਈ ਮੇਰਾ ਇਹ ਢੰਗ ਕਾਮਯਾਬ ਹੋ ਸਕਦਾ ਹੈ, ਅਤੇ ਕੁਝ ਤਾਂ
ਬੱਚਾ ਪਹਿਲਾਂ ਹੀ ਹਰ ਵਕਤ ਖਿਡਾਉਣ ਕਰਕੇ ਮੇਰਾ ਪਿਆਰ ਕਰਦਾ ਹੈ ਸਾਡੇ ਨਾਲ। ਮੈਂ ਇਸ ਬੱਚੇ ਦਾ ਦਿਲ ਹੋਰ ਵੀ ਆਪਣੇ ਵੱਲ ਖਿੱਚ ਲਵਾਂ। ਇਸ ਦੇ ਨਾਲ ਬ੍ਰਾਹਮਣੀ ਦਾ ਦਿਲ ਹੋਰ ਚੰਗਾ ਕੰਮ ਕਰਕੇ ਅਤੇ ਆਗਿਆ ਵਿੱਚ ਰਹਿ ਕੇ ਇਸ ਦਾ ਦਿਲ ਜਿੱਤ ਲਵਾਂ। ਫਿਰ ਹੋ ਸਕਦਾ ਹੈ ਕਿ ਬ੍ਰਾਹਮਣ ਮੈਨੂੰ ਵਿੱਦਿਆ ਪੜ੍ਹਾ ਦੇਵੇ। ਅਤੇ ਵਿਉਂਤ ਇਸ ਦੀ ਕਾਮਯਾਬ ਵੀ ਹੋ ਗਈ। ਬ੍ਰਾਹਮਣਾਂ ਦਾ 2.5 ਵਰ੍ਹਿਆਂ ਦਾ ਬੱਚਾ ਆਪਣੇ ਮਾਤਾ ਪਿਤਾ ਦੇ ਨਾਲੋਂ ਗੁਲਾਬ ਸਿੰਘ ਦੀ ਲੋੜ ਜ਼ਿਆਦਾ ਰੱਖਣ ਲੱਗਾ। ਉਹ ਘੜੀ ਦੋ ਘੜੀ ਲਈ ਵੀ ਗੁਲਾਬ ਸਿੰਘ ਤੋਂ ਪਰੇ ਹੁੰਦਾ ਹੀ ਨਹੀਂ ਸੀ। ਜੇ ਕਿਤੇ 5-7 ਘੜੀਆਂ ਗੁਲਾਬ ਸਿੰਘ ਕਿਸੇ ਕਾਰਜ ਦੇ ਕਾਰਨ ਕਿਤੇ ਚਲਿਆ ਜਾਂਦਾ ਤਾਂ ਬੱਚਾ ਵਿਲਕਣ ਲੱਗ ਜਾਂਦਾ। ਇਹ ਕੁਦਰਤੀ ਮੋਹ ਪੈ ਗਿਆ। ਮੁੱਖ ਤੋਂ ਇਸ ਤਰ੍ਹਾਂ ਕੁਰਲਾ ਰੋਂਦਾ, ਬ੍ਰਾਹਮਣੀ ਨੂੰ ਘਰ ਦਾ ਕੰਮ ਨਾ ਕਰਨ ਦਿੰਦਾ। ਜਦੋਂ ਗੁਲਾਬ ਸਿੰਘ ਘਰ ਆਉਂਦਾ ਤਾਂ ਬੱਚਾ ਖੁਸ਼ ਹੋ ਕੇ ਉਹਦੀਆਂ ਲੱਤਾਂ ਨੂੰ ਚਿੰਬੜ ਜਾਂਦਾ। ਜਦੋਂ ਗੁਲਾਬ ਸਿੰਘ ਨੇ ਦੇਖ ਲਿਆ ਕਿ ਬੱਚਾ ਮੇਰੇ ਮੋਹ ਦੇ ਜਾਲ ਵਿੱਚ ਫਸ ਗਿਆ ਹੈ ਤਾਂ ਇੱਕ ਦਿਨ ਅਚਾਨਕ ਕਿਸੇ ਗੱਲੋਂ ਗੁੱਸੇ ਹੋ ਕੇ ਬਿਨਾਂ ਦੱਸੇ ਘਰ ਤੋਂ ਬਾਹਰ ਚਲੇ ਗਏ। ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਪਰਤਿਆ ਨਾ ਭਾਈ ਗੁਲਾਬ ਸਿੰਘ। ਹੁਣ ਅੱਗੇ 2 ਘੜੀਆਂ ਵਿੱਚੋਂ ਗੁਲਾਬ ਸਿੰਘ ਆ ਜਾਂਦਾ ਸੀ ਅਤੇ ਡੇਢ ਪੈਰ ਲੰਘਣ ਤੋਂ ਵੀ ਗੁਲਾਬ ਸਿੰਘ ਨੂੰ ਨਾ ਆਇਆ ਤਾਂ ਬੱਚੇ ਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ। ਨਾਰਾਜ਼ ਹੋ ਕੇ ਧਰਤੀ 'ਤੇ ਲੇਟਣਾ ਸ਼ੁਰੂ ਕਰ ਦਿੱਤਾ। ਬੱਚੇ ਨੇ ਸਾਰਾ ਦਿਨ ਕੁਝ ਨਾ ਖਾਧਾ ਨਾ ਕੁਝ ਪੀਤਾ। ਮੁੱਖੋਂ ਗਾਬਾ ਗਾਬਾ ਦੀ ਆਵਾਜ਼ ਨਿਕਲਦੀ ਰਹੀ। ਪੰਡਿਤ ਗੁਲਾਬ ਸਿੰਘ ਦਾ ਨਾਮ ਉਹ ਗਾਬਾ ਗਾਬਾ ਕਰਕੇ ਲੈਂਦਾ, ਛੋਟਾ ਹੋਣੇ ਕਰਕੇ ਵਿਚਾਰਾ। ਮਾਂ ਦੇ ਚੁੱਪ ਕਰਾਇਆ, ਪਿਓ ਦੇ ਚੁੱਪ ਕਰਾਇਆ, ਬੱਚਾ ਚੁੱਪ ਹੀ ਨਹੀਂ ਹੋਇਆ। ਬੱਚੇ ਨੂੰ ਗਮ ਦੇ ਵਿੱਚ ਬੁਖਾਰ ਚੜ੍ਹ ਗਿਆ। ਮਾਤਾ ਪਿਤਾ ਨੇ ਇਕਲੌਤੇ ਬੇਟੇ ਦੀ ਹਾਲਤ ਪਹਿਲਾਂ ਕਦੇ ਦੇਖੀ ਨਹੀਂ ਸੀ। ਬੱਚੇ ਦੇ ਹਾਲਾਤ ਇਹੋ ਜਿਹੇ ਬਣ ਗਏ ਕਿ ਜੇ ਗੁਲਾਬ ਸਿੰਘ ਘਰ ਨਾ ਆਇਆ ਤਾਂ ਬੱਚਾ ਜੀਵਤ ਨਹੀਂ ਰਹੇਗਾ। ਬੱਚੇ ਦੀ ਹਾਲਤ ਨੇ ਮਾਂ ਦੀ ਜਿਹੜੀ ਬੱਚੇ ਦੀ ਹਾਲਤ ਸੀ ਅਤੇ ਬੱਚੇ ਦੀ ਮਾਂ ਨੂੰ ਇਤਨਾ ਕਮਜ਼ੋਰ ਕਰ ਦਿੱਤਾ ਕਿ ਬੱਚੇ ਦੀ ਮਾਂ ਵੀ ਸਾਰਾ ਦਿਨ ਕੁਝ ਖਾ ਪੀ ਨਾ ਸਕੀ, ਕਿਉਂਕਿ ਮਾਂ ਪੁੱਤ ਦਾ ਮੋਹ ਬੜਾ ਹੁੰਦਾ। ਜਦੋਂ ਪਾਠਸ਼ਾਲਾ ਵਿੱਚੋਂ ਪੜ੍ਹਾ ਕੇ ਬ੍ਰਾਹਮਣ ਘਰ ਪਰਤਿਆ, ਘਰ ਦਾ ਸਾਰਾ ਕੰਮ ਖਿੰਡਿਆ ਪਿਆ ਹੈ। ਘਰ ਪਰਤਿਆ ਤਾਂ ਘਰ ਦੇ ਹਾਲਾਤ ਚਿੰਤਾ ਦੇ ਵਿਸ਼ੇ ਬਣ ਗਏ। ਘਰ ਵਿੱਚ ਰੋਟੀ ਨਾ ਪੱਕੀ, ਦਾਲ ਸਬਜ਼ੀ ਨਹੀਂ ਬਣੀ, ਸਾਰਾ ਘਰ ਦਾ ਕੰਮ ਖਿੰਡਿਆ ਪਿੰਡਿਆ ਪਿਆ ਸੀ। ਬ੍ਰਾਹਮਣੀ ਆਪਣੇ ਪਤੀ ਦੇ ਪੈਰ ਫੜ ਲਏ, ਮਿਹਨਤ ਕਰਕੇ ਕਿਹਾ ਕਿ ਜੇ ਤੁਸੀਂ ਮੈਨੂੰ ਆਪਣੇ ਬੱਚੇ ਨੂੰ ਅਤੇ ਮੈਨੂੰ ਜੀਵਤ ਰੱਖਣਾ ਚਾਹੁੰਦੇ ਹੋ ਤਾਂ ਗੁਲਾਬ ਸਿੰਘ ਨੂੰ ਜਿੱਥੇ ਵੀ ਹੈ ਉਹ ਬਣਾ ਕੇ ਘਰ ਲਿਆਓ। ਆਪਣੀ ਘਰਵਾਲੀ ਦੀ ਮਿਹਨਤ ਤਰਲੇ, ਬੱਚੇ ਦੀ ਹਾਲਤ ਨੇ ਬ੍ਰਾਹਮਣ ਨੂੰ ਇੰਨਾ ਕਮਜ਼ੋਰ ਕਰ ਦਿੱਤਾ। ਜਿਹੜੀ ਆਪਣੀ ਜਿੱਦ ਸੀ ਵੀ ਨਹੀਂ ਪੜ੍ਹਾ ਸਕਦਾ, ਉਹ ਛੱਡ ਕੇ ਗੁਲਾਬ ਸਿੰਘ ਨੂੰ ਲੱਭਣ ਲਈ ਤੁਰ ਪਿਆ। ਪਾਠਸ਼ਾਲਾ ਤੋਂ ਅੱਗੇ ਗੰਗਾ ਦੇ ਕਿਨਾਰੇ ਚੌਂਕੜਾ ਮਾਰੀ ਗੁਲਾਬ ਸਿੰਘ ਨੂੰ ਦੇਖਿਆ। ਬਾਂਹ ਫੜ ਕੇ ਥੋੜ੍ਹੇ ਜਿਹੇ ਗੁੱਸੇ ਅਤੇ ਪ੍ਰੇਮ ਦੇ ਲਹਿਜੇ ਵਿੱਚ ਕਿਹਾ ਕਿ ਨਿੱਕੀ ਜਿਹੀ ਗੱਲ ਪਿੱਛੇ ਤੂੰ ਗੁੱਸਾ ਹੋ ਕੇ ਇੱਥੇ ਆ ਬੈਠਾ ਹੈ, ਜਾ ਕੇ ਦੇਖ ਬੱਚੇ ਦਾ ਕੀ ਹਾਲ ਹੋ ਗਿਆ ਹੈ। ਮਾਂ ਪੁੱਤਰ ਦੋਵੇਂ ਵਿਲਕ ਰਹੇ। ਮੇਰੀ ਘਰਵਾਲੀ ਨੇ ਹਮੇਸ਼ਾ ਹੀ ਤੈਨੂੰ ਪੁੱਤਰਾਂ ਵਾਂਗ ਰੱਖਿਆ ਹੈ, ਨਿੱਕੀ ਜਿਹੀ ਗੱਲ ਪਿੱਛੇ ਘਰੋਂ ਆ ਗਿਆ ਤੂੰ, ਚੱਲ ਘਰ ਨੂੰ ਚੱਲ। ਗੁਲਾਬ ਸਿੰਘ ਜੀ ਨੇ ਵਿਦਿਆਰਥੀਆਂ ਵਾਲਾ ਧਰਮਪਾਲ ਦੇ ਬੜੀ ਨਿਮਰਤਾ ਨਾਲ ਨਮਸਕਾਰ ਕੀਤੀ। ਕਿਹਾ ਗੁਰਦੇਵ, ਮੈਂ ਹੁਣ ਘਰ ਨਹੀਂ ਜਾ ਸਕਦਾ। ਰਹੀ ਗੱਲ ਰੋਣ ਵਾਲਿਆਂ ਦੀ, ਇਹ ਤਾਂ ਮੇਰੀ ਧਰਮ ਦੀ ਮਾਂ ਹੈ। ਮੈਨੂੰ ਜਿਸ ਨੇ ਜਨਮ ਦਿੱਤਾ, ਜਿਸ ਪਿਤਾ ਦੇ ਮੇਰੇ ਉੱਤੇ ਬਹੁਤ ਆਸਾਂ ਸਨ, ਜਿਨ੍ਹਾਂ ਦਾ ਮੈਂ ਇਕਲੌਤਾ ਬੇਟਾ ਸੀ, ਇਸ ਵਿੱਦਿਆ ਦੇ ਕਾਰਨ ਮੈਂ ਉਹਨਾਂ ਦੇ ਰੋਣ ਦੇ ਵਿਲਕਣ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੂੰ ਵੀ ਛੱਡ ਕੇ ਕਾਂਸੀ ਆਇਆ ਸਾਂ। ਜੇ ਰੋਣਾ ਮੇਰਾ ਮਾਰਗ ਰੋਕ ਸਕਦਾ ਤਾਂ ਫਿਰ ਮੈਂ ਸਕੀ ਮਾਂ ਦੇ ਰੋਣ, ਹੋਰ ਕਿਸ ਦਾ ਰੋਣਾ ਪ੍ਰਬਲ ਹੋ ਸਕਦਾ ਹੈ। ਮੈਂ ਆਪਣੀ ਮਾਂ ਨੂੰ ਵੀ ਰੋਂਦੇ ਕਹਿੰਦਾ ਛੱਡ ਕੇ ਆਇਆ ਹਾਂ। ਉਹ ਵੀ ਇਸੇ ਤਰ੍ਹਾਂ ਰੋਂਦੀ ਸੀ, ਪਰ ਮੈਂ ਰੋਣਾ ਨਹੀਂ ਵੇਖਿਆ।
ਜੇ ਕਾਂਸੀ ਆਉਣ ਦੇ ਮਾਰਗ ਨੂੰ ਮਾਤਾ ਪਿਤਾ ਦਾ ਰੋਣਾ ਨਹੀਂ ਰੋਕ ਸਕਿਆ ਤਾਂ ਕਾਂਸੀ ਤੋਂ ਜਾਣ ਦੇ ਮਾਰਗ ਨੂੰ ਮਾਂ ਬੱਚੇ ਦੇ ਰੋਣਾ ਇਹਨੂੰ ਕਿਵੇਂ ਰੋਕ ਸਕੇਗਾ। ਇਹ ਸੁਣ ਕੇ ਬ੍ਰਾਹਮਣ ਦੇ ਪੈਰਾਂ ਹੇਠੋਂ ਤੋਂ ਜ਼ਮੀਨ ਖਿਸਕ ਗਈ। ਉਹਨੂੰ ਆਪਣਾ ਸਾਰਾ ਹੀ ਉਜੜਦਾ ਨਜ਼ਰ ਆਇਆ ਸੰਸਾਰ, ਕਿ ਜੇ ਘਰ ਨਾ ਗਿਆ ਤੇ ਬੱਚਾ ਨਹੀਂ ਬਚੇਗਾ, ਬੱਚੇ ਦਾ ਮਰਨਾ ਦੇ ਕੇ ਬੱਚੇ ਦੀ ਮਾਂ ਨਹੀਂ ਬਚੇਗੀ। ਜੀਵਨ ਐਡਾ ਵੱਡਾ ਵਿਦਵਾਨ ਹੋਣ ਤੇ ਐਡਾ ਵੱਡਾ ਵਿਦਵਾਨ ਹੋਣ ਦੇ ਬਾਵਜੂਦ ਵੀ ਸੰਸਾਰੀ ਪੱਖ ਤੋਂ ਨਰਕ ਸਮਾਨ ਹੋ ਜਾਏਗਾ। ਗੁਲਾਬ ਸਿੰਘ ਦੀ ਦ੍ਰਿੜਤਾ ਵਾਲੀਆਂ ਗੱਲਾਂ ਨੇ ਯਕੀਨ ਕਰਾ ਦਿੱਤਾ ਸੀ ਕਿ ਉਹ ਆਪਣੇ ਧਰਮ ਦਾ ਦ੍ਰਿੜ ਵਿਸ਼ਵਾਸੀ ਵਿਦਿਆਰਥੀ ਹੈ। ਫਿਰ ਵੀ ਪੰਡਿਤ ਜੀ ਨੇ ਬਾਰ-ਬਾਰ ਘਰ ਜਾਣ ਲਈ ਕਿਹਾ। ਸਾਫ਼ ਸੁਥਰੀ ਗੱਲ ਪੰਡਿਤ ਨੂੰ ਕਹਿ ਸੁਣਾਈ ਕਿ ਕਾਂਸੀ ਵਿੱਚ ਮੈਨੂੰ ਮੇਰਾ ਵਿੱਦਿਆ ਦਾ ਸ਼ੌਂਕ ਲੈ ਕੇ ਆਇਆ। ਜੇ ਇਹਦੀ ਪੂਰਤੀ ਨਹੀਂ ਹੁੰਦੀ ਤਾਂ ਫਿਰ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ। ਜੇ ਵਿੱਦਿਆ ਪੜ੍ਹਾਉਣ ਵੱਲੋਂ ਤੁਹਾਡਾ ਜਵਾਬ ਹੈ ਤਾਂ ਮੇਰਾ ਘਰ ਜਾਣ ਤੋਂ ਵੀ ਜਵਾਬ ਹੈ। ਇਹ ਗੱਲ ਸੁਣ ਕੇ ਪੰਡਿਤ ਸੋਚੀ ਪੈ ਗਿਆ। ਇੱਕ ਪਾਸੇ ਇਸਤਰੀ ਪੁੱਤਰ ਦਾ ਮੋਹ, ਦੂਜੇ ਪਾਸੇ ਬ੍ਰਾਹਮਣਾਂ ਦੀ ਬਣਾਈ ਹੋਈ ਮਰਿਆਦਾ ਮਨੂ ਦੀ ਦਾ ਉਲੰਘਣ। ਗਊ ਭੁਨਾਵੇਂ ਜੌਂ ਭਾਵੇਂ ਗਿੱਲੇ ਹੋਣ। ਜਿਵੇਂ ਅਖਾਣ ਪਾਇਆ ਨਾ ਵੀ ਇਸ ਅਖਾਣ ਦੇ ਵਾਂਗੂ ਇਸ ਧਰਮ ਸੰਕਟ ਵਿੱਚੋਂ ਨਿਕਾਂ ਦੀ ਵਿਉਂਤ ਸੋਚਣ ਲੱਗਾ। ਉਸ ਨੂੰ ਇਹ ਗੱਲ ਸੁੱਝੀ ਕਿ ਜੇ ਗੁਲਾਬ ਸਿੰਘ ਮੇਰੀ ਗੱਲ ਨਾਲ ਸਹਿਮਤ ਹੋ ਜਾਵੇ ਤਾਂ ਇਸਦਾ ਵਿੱਦਿਆ ਪੜ੍ਹਨ ਦਾ ਮਕਸਦ ਵੀ ਪੂਰਾ ਹੋ ਜਾਵੇਗਾ, ਵੇਦ ਮਰਿਆਦਾ ਵੀ ਰਹਿ ਜਾਏਗੀ, ਮੇਰਾ ਪਰਿਵਾਰ ਵੀ ਬਚ ਜਾਏਗਾ। ਤਾਂ ਉਸਨੇ ਕਿਹਾ, ਗੁਲਾਬ ਸਿੰਘ, ਮੈਂ ਤੈਨੂੰ ਹੋਰ ਵਿਦਿਆਰਥੀ ਤਰ੍ਹਾਂ ਪੋਥੀ ਖੋਲ੍ਹ ਕੇ ਪੜ੍ਹਾਉਣ ਦਾ ਢੰਗ ਨਹੀਂ ਵਰਤਾਂਗਾ। ਹੋਰ ਵਿਦਿਆਰਥੀ ਪੋਥੀ ਖੋਲ੍ਹ ਕੇ ਪੜ੍ਹਦੇ ਹਨ, ਮੈਂ ਤੈਨੂੰ ਸਾਰੇ ਗ੍ਰੰਥ ਜੋ ਜ਼ਰੂਰੀ ਹਨ ਆਪ ਬੋਲ ਕੇ ਸੁਣਾਵਾਂਗਾ ਅਤੇ ਸੁਣਾਉਣ ਵਿੱਚ ਐਸਾ ਢੰਗ ਵਰਤਾਂਗਾ ਕਿ ਜਿਹੜੇ ਪ੍ਰਸ਼ਨ ਹੋਣਗੇ ਉਸਦੇ ਆਪ ਹੀ ਉੱਤਰ ਦਿੰਦਾ ਜਾਵਾਂਗਾ। ਇਸ ਨਾਲ ਧਰਮ ਦਾ ਵਿਧਾਨ ਵੀ ਜਿਹੜਾ ਨਹੀਂ ਟੁੱਟੇਗਾ, ਤੂੰ ਪੜ੍ਹ ਵੀ ਜਾਏਗਾ, ਕਿਉਂਕਿ ਸੁਣਨ ਦਾ ਅਧਿਕਾਰ ਵੈਸਾਂ ਦੇ ਕੋਲ ਹੈ। ਮੈਂ ਤੈਨੂੰ ਜੇ ਤਰੀਕੇ ਨਾਲ ਪੜ੍ਹਾਵਾਂਗਾ ਕਿ ਸਾਰੇ ਗ੍ਰੰਥੀ ਸੰਗੋ ਭਾਗ ਤੈਨੂੰ ਜਿਹੜੇ ਹੈ ਸੁਣ ਕੇ ਸਮਝ ਆ ਜਾਣ ਅਤੇ ਤੇਰੇ ਸ਼ੰਕਿਆਂ ਦੇ ਉੱਤਰ ਹੀ ਦਿੰਦਾ ਜਾਵਾਂਗਾ। ਜੇ ਤੈਨੂੰ ਇਸ ਤਰ੍ਹਾਂ ਪੜ੍ਹਨਾ ਮਨਜ਼ੂਰ ਹੈ ਤਾਂ ਸਮਝ ਲੈ ਮੇਰੀ ਇਸਤਰੀ ਅਤੇ ਬੱਚੇ ਦੇ ਬਚਣ ਦਾ ਆਸਾਨ ਤੇਰਾ ਮੇਰੇ 'ਤੇ ਹੋਵੇਗਾ। ਤੈਨੂੰ ਮਨਜ਼ੂਰ ਹੈ ਤਾਂ ਘਰ ਚੱਲ, ਮੈਂ ਤੈਨੂੰ ਲੈਣ ਲਈ ਆਇਆ। ਤਾਂ ਪੰਡਿਤ ਗੁਲਾਬ ਸਿੰਘ ਜੀ ਨੇ ਕਿਹਾ ਕਿ ਪੰਡਿਤ ਦਾ ਵਿੱਦਿਆ ਪੜ੍ਹਾਉਣ ਲਈ ਇਤਨਾ ਮਨ ਜਾਣਾ। ਪੰਡਿਤ ਗੁਲਾਬ ਸਿੰਘ ਨੇ ਮਨ 'ਚ ਸੋਚਿਆ ਵੀ ਜੇ ਮੇਰਾ ਉਸਤਾਦ ਵਿੱਦਿਆ ਪੜ੍ਹਾਉਣ ਲਈ ਇੰਨਾ ਹੀ ਮੰਨ ਗਿਆ ਹੈ ਤਾਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੀ ਸਮਝੀ ਹੋਈ ਹੈ। ਚਲੋ ਸਮਝੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਿਹਰ ਹੀ ਹੋ ਰਹੀ ਹੈ, ਉਹੀ ਪ੍ਰੇਰ ਰਹੇ। ਆਪਣੇ ਵਿੱਦਿਆ ਗੁਰੂ ਦੇ ਚਰਨੀ ਹੱਥ ਲਾ ਕੇ ਉਹਨਾਂ ਦੇ ਘਰ ਆ ਪਹੁੰਚੇ। ਅੱਗੇ ਨਾਲੋਂ ਵੀ ਵੱਧ ਸ਼ੌਂਕ ਨਾਲ ਵਿੱਦਿਆ ਗੁਰੂ ਦੀ ਪਤਨੀ ਦੀ ਪੁੱਤਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਸੇਵਾ 'ਚ ਢਿੱਲ ਨਹੀਂ ਰੱਖੀ ਹੁਣ ਵੀ ਮੇਰੇ ਬਿਨਾਂ ਰਹਿੰਦੇ ਨਹੀਂ ਹੈ, ਚਲੋ ਮੈਂ ਆਪਣੀ ਮਰਜ਼ੀ ਕਰਾਂ। ਹੁਣ ਤਾਂ ਵਿੱਦਿਆ ਦੇ ਪੜ੍ਹਨ ਦਾ ਤਾਂ ਸ਼ੌਂਕ ਹੀ ਨਹੀਂ ਸਾਨੂੰ ਰਹਿ ਗਿਆ। ਬ੍ਰਾਹਮਣੀ ਨੇ ਵੀ ਗੁਲਾਬ ਸਿੰਘ ਦੀ ਵਿੱਦਿਆ ਪੜ੍ਹਨ ਵਿੱਚ ਮਦਦ ਬਹੁਤ ਕੀਤੀ। ਬ੍ਰਾਹਮਣ ਨੂੰ ਕਿਹਾ, ਜਿਵੇਂ ਸ਼ੌਂਕ ਨਾਲ ਸੇਵਾ ਕਰ ਰਿਹਾ ਹੈ ਉਸੇ ਤਰ੍ਹਾਂ ਤੁਸੀਂ ਵੀ ਇਸ ਨੂੰ ਪ੍ਰੇਮ ਨਾਲ ਵਿੱਦਿਆ ਪੜ੍ਹਾਓ। ਤਾਂ ਪੰਡਿਤ ਨੇ ਵੀ ਆਪਣੇ ਕੀਤੇ ਵਾਅਦੇ ਅਨੁਸਾਰ ਸੰਥਾ ਸੁਣਾਉਣੀ ਸ਼ੁਰੂ ਕਰ ਦਿੱਤੀ। ਅਜਿਹੇ ਢੰਗ ਨਾਲ ਗ੍ਰੰਥ ਸੁਣਾਏ ਕਿ ਪੋਥੀ ਖੋਲ੍ਹ ਕੇ ਪੜ੍ਹਨ ਨਾਲ ਵੀ ਜ਼ਿਆਦਾ ਸਮਝ ਆਈ। ਕੁਝ ਪੰਡਿਤ ਗੁਲਾਬ ਸਿੰਘ 'ਤੇ ਰੱਬੀ ਮਿਹਰ ਵੀ ਐਸੀ ਸੀ ਮਹਾਰਾਜ ਵੱਲੋਂ ਹੀ, ਜੋ ਸੁਣ ਕੇ ਸਾਰੀ ਵਿੱਦਿਆ ਹੀ ਸਾਧ ਸੰਗਤ ਦੀ ਕੰਠ ਹੁੰਦੀ ਗਈ। ਇੰਨੀ ਬੁੱਧੀ ਮਹਾਰਾਜ ਨੇ ਬਖਸ਼ੀ ਸੀ। ਗੁਰੂ ਦੀ ਮੱਤ ਹੀ ਹੈ ਨਾ, ਮਹਾਰਾਜ ਬਖਸ਼ਦੇ ਜਿਹਨੂੰ। ਪੰਡਿਤ ਜੀ ਨੇ ਅਧਿਕਾਰ ਗੁਲਾਬ ਸਿੰਘ ਜੀ ਨੂੰ ਦੇ ਰੱਖਿਆ ਸੀ ਕਿ ਜਿੰਨੀ ਸੰਥਿਆ ਸੁਣ ਕੇ ਸਿਮਰਤੀ ਵਿੱਚ ਆ ਜਾਵੇ, ਗੁਲਾਬ ਸਿੰਘ ਦੇ ਕਹਿਣ ਤੋਂ ਉਤਨਾ ਹੀ ਪੜ੍ਹਾਉਂਦੇ ਸਨ। ਪੰਡਿਤ ਜੋ ਸੀ ਨਾ, ਉਹਨੇ ਇੱਕ ਅਧਿਕਾਰ ਗੁਲਾਬ ਸਿੰਘ ਨੂੰ ਇਹ ਪੱਕਾ ਹੀ ਦਿੱਤਾ ਸੀ ਵੀ ਜਿੰਨੀ ਤੂੰ ਸੰਥਿਆ ਸੁਣ ਕੇ ਯਾਦ ਰੱਖ ਸਕਦਾ
ਗੁਲਾਬ ਸਿੰਘ ਤੇ ਉਨੀ ਪੜ੍ਹਾਈ ਹੈ। ਤੇ ਇਹ ਕਹਿੰਦੇ ਮਹਾਰਾਜ ਠੀਕ, ਜਿੰਨੀ ਕੁ ਫਿਰ ਇਹ ਸਹਿਮਤੀ ਸਨ ਉਨੀ ਪੜ੍ਹਾਉਂਦੇ ਸਨ। ਜਦੋਂ ਗੁਲਾਬ ਸਿੰਘ ਕਹਿ ਦਿੰਦਾ ਕਿ ਮੈਂ ਇਤਨੀ ਸੰਥਿਆ ਹੀ ਬਕਾ ਸਕਦਾ ਹਾਂ, ਉੱਥੇ ਹੀ ਰੁਕ ਜਾਂਦੇ, ਫਿਰ ਨਹੀਂ ਅੱਗੇ ਪੜ੍ਹਾਉਂਦੇ। ਇਹ ਸੰਥਾਂ ਨੂੰ ਸੁਣ ਕੇ ਕੇਵਲ ਬਕਾਉਂਦੇ ਨਹੀਂ ਸਨ, ਬਲਕਿ ਉਹਨਾਂ ਹੀ ਸ਼ਬਦਾਂ ਵਿੱਚ ਰੂਹ ਬਰੂਹ ਲਿਖ ਲੈਂਦੇ ਸਨ। ਇੰਨੀ ਸਿਮਰਤੀ ਸੀ ਭਾਈ ਗੁਲਾਬ ਸਿੰਘ ਦੀ। ਕਾਂਸੀ ਦੇ ਇਤਿਹਾਸ ਵਿੱਚ ਇਹੋ ਜਿਹਾ ਹੋਣਹਾਰ ਵਿਦਿਆਰਥੀ ਸਦੀਆਂ ਵਿੱਚ ਹੀ ਨਹੀਂ ਬਲਕਿ ਯੁੱਗਾਂ ਵਿੱਚ ਕਿਤੇ ਇੱਕ ਅੱਧਾ ਪੈਦਾ ਹੁੰਦਾ ਹੈ। ਗੁਲਾਬ ਸਿੰਘ ਜੀ ਵਰਗੇ। ਗੁਲਾਬ ਸਿੰਘ ਜੀ ਨੇ ਐਸਾ ਨਵਾਂ ਇਤਿਹਾਸ ਸਿਰਜ ਦਿੱਤਾ। ਫਿਰ ਇਹਨਾਂ ਨੇ ਸਾਰੇ ਗ੍ਰੰਥ ਲੈ ਕੇ ਆਪਣੇ ਕੋਲ ਰੱਖ ਲਏ। ਵੇਦ ਵਿਦਿਆ ਪ੍ਰਾਪਤ ਕਰਕੇ ਤਿਆਗੀ, ਵੈਰਾਗੀ, ਵਿਰਕਤੀ ਸਾਧੂ ਸੰਤ ਹੋ ਗਏ। ਸੰਤ ਮਾਨ ਸਿੰਘ ਜੀ ਦੀ ਸੰਗਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ। ਉਹਨਾਂ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕ ਕੇ ਗੁਲਾਬੇ ਤੋਂ ਗੁਲਾਬ ਸਿੰਘ ਬਣੇ ਸਨ। ਵਿਦਿਆ ਗੁਰੂ ਸੰਤ ਮਾਨ ਸਿੰਘ ਜੀ ਨੂੰ ਹੀ ਮੰਨਦੇ ਹਨ। ਇੱਕ ਦੋਹਰਾ ਇਹਨਾਂ ਨੇ ਪ੍ਰਬੋਧ ਚੰਦਰ ਨਾੜ ਗ੍ਰੰਥ ਵਿੱਚ ਲਿਖਿਆ ਹੈ, ਜਿੱਥੇ ਉਹ ਆਪਣੇ ਵਿਦਿਆ ਦਾਤੇ ਨੂੰ ਬੜਾ ਤਪਸਵੀ ਗਿਆਨ ਦਾ ਅਵਤਾਰ ਮੰਨਦੇ ਹੋਏ ਲਿਖਦੇ ਹੈ ਕਿ ਭਾਰਤ ਭੂਮ ਪਨੀਤ ਪਦ ਤਪੋ ਗਿਆਨ ਅਵਤਾਰ, ਮਾਨ ਸਿੰਘ ਗੁਰ ਕੋ ਨਮੋ ਤਾਰਨ ਕਰਨਾ ਸਾਰ। ਇਹ ਉਹਨਾਂ ਨੇ ਪ੍ਰਬੋਧ ਚੰਦਰ ਨਾਟਕ ਗ੍ਰੰਥ ਦੇ ਵਿੱਚ 15 ਅੰਕ ਨੰਬਰ 'ਚ ਵਿਦਿਆ ਗੁਰੂ ਦਾ ਮੰਗਲ ਕਰਦੇ ਹੋਏ ਲਿਖਿਆ ਹੈ। ਇਸੇ ਤਰ੍ਹਾਂ ਆਪਣੇ ਉਸਤਾਦ ਦਾ ਹੋਰ ਵੀ ਇੱਕ ਭਾਵ ਰਸਾਮ੍ਰਿਤ ਵੀ ਲਿਖਦੇ ਆ ਵੀ ਸਾਡਾ ਗੁਰੂ ਕੌਣ ਹੈ। ਉੱਥੇ ਵੀ ਇਹਨਾਂ ਵਿਦਿਆ ਗੁਰੂ ਦੀ ਮਹਿਮਾ ਕਰਦੇ ਹੋਏ, ਨਮਸਕਾਰ ਕਰਦੇ ਹੋਏ ਲਿਖਿਆ ਦੋਹਰੇ ਵਿੱਚ, ਵਿਦਿਆ ਸ਼ਾਂਤ ਸੋ ਗਿਆਨ ਸੁਖ, ਵਿਦਿਆ ਸ਼ਾਂਤ ਸੋ ਗਿਆਨ ਸੁਖਦਾਇਕ, ਫਲ ਸੋ ਵਿਚਾਰ, ਮਾਨ ਸਿੰਘ ਗੁਰ ਕੇ ਸਦਾ ਬੰਧੋ ਪਾਦ ਉਦਾਰ। ਅਤੇ ਭਾਵ ਰਸਾਮ੍ਰਿਤ ਦੇ ਜਿਹੜਾ ਆਪਾਂ ਗ੍ਰੰਥ ਪੜ੍ਹਨਾ, ਇਹਦੇ ਅਖੀਰ ਵਿੱਚ ਵੀ ਉਹਨਾਂ ਲਿਖਿਆ ਹੈ, ਜਾਪਦ ਪੰਕਜ ਹੇਰਕੈ ਹਰਿਓ ਨਿਖਲ ਭਵ ਭਾਰ, ਵਿਦਿਆ ਗੁਰੂ ਉਦਾਰ ਕੋ ਬੰਧੋ ਮਸਤਕ ਧਾਰ। ਇਹਨਾਂ ਸ਼ਬਦਾਂ ਦੇ ਜਿਹੜੇ ਅਰਥ ਜਿਹੜੇ ਉਹ ਵਿੱਚ ਹੀ ਆ ਜਾਣੇ ਆ ਭਾਵ ਰਸਾਮ੍ਰਿਤ ਵਿੱਚ। ਅਤੇ ਇਸ ਤਰ੍ਹਾਂ ਇਹ ਵਿਦਿਆ ਪੜ੍ਹ ਕੇ ਜਦੋਂ ਪੂਰਨ ਵਿਦਵਾਨ ਹੋ ਗਏ, ਇਹਨਾਂ ਨੇ ਆਪਣੇ ਵਿਦਿਆਰਥੀ ਪੁਣੇ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੀ ਵੇਖੋ ਕਿੰਨੀ ਪਰੇਸ਼ਾਨੀ ਆਉਂਦੀ ਹੈ। ਸਾਰੇ ਗ੍ਰੰਥਾਂ ਨੂੰ ਸੰਸਕ੍ਰਿਤ ਤੋਂ ਗੁਰਮੁਖੀ ਬੋਲੀ ਵਿੱਚ ਬ੍ਰਿਜ ਭਾਸ਼ਾ ਜਿਹੜੀ ਆਮ ਬੋਲੀ ਹੁੰਦੀ ਹੈ ਉਹਦੇ ਵਿੱਚ ਕਰ ਦਿੱਤੇ, ਤਾਂ ਕਿ ਆਪਣੇ ਜਿਹੜੇ ਹੋਰ ਸਿੱਖ ਸੇਵਕ ਦੇਸ਼ ਵਾਸੀ ਹੈ, ਵਿਦਿਆ ਦੀ ਬ੍ਰਹਮ ਵਿਦਿਆ ਦੀ ਲੋੜ ਰੱਖਣ ਵਾਲੇ, ਉਹਨਾਂ ਨੂੰ ਬ੍ਰਾਹਮਣਾਂ ਦੀ ਮਿੰਨਤਾਂ ਨਾ ਕਰਨੀਆਂ ਪੈਣ ਵੀ ਜਿਵੇਂ ਅਸੀਂ ਕਸ਼ਟ ਝੱਲ ਲਿਆ ਵੀ ਹੋਰ ਨਾ ਝੱਲਣ, ਕਿਉਂਕਿ ਪਰਉਪਕਾਰੀ ਗੁਰੂ ਪਿਆਰੇ ਹੁੰਦੇ। ਭਾਈ ਮੰਝ ਹੋਣਾ ਨੇ ਵੀ ਬੇਨਤੀ ਕੀਤੀ ਸੀ, ਮਹਾਰਾਜ ਜਿਵੇਂ ਪ੍ਰੀਖਿਆ ਸਾਡੀ ਕੀਤੀ ਹੈ, ਅੱਗੇ ਕਲਯੁਗ ਬੜਾ ਭਿਆਨਕ ਆ ਰਿਹਾ, ਸਿੱਖਾਂ ਕੋਈ ਇਹੋ ਜਿਹੀ ਪ੍ਰੀਖਿਆ ਪਾਸ ਨਹੀਂ ਹੋਣੀ, ਆਪ ਹੀ ਕਿਰਪਾ ਕਰੋ, ਸੱਚਾ ਪਾਤਸ਼ਾਹ ਜੀ ਪ੍ਰੀਖਿਆ ਨਾ ਕਰਨੀ। ਇਸੇ ਤਰ੍ਹਾਂ ਕਿਉਂਕਿ ਜਿਹੜੇ ਕੋਈ ਜਨ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕਈ ਕੇ, ਉਹ ਤਾਂ ਵਿਰਲੇ ਹੀ ਹੈ ਜਿਨ੍ਹਾਂ ਨੂੰ ਬੜੀ ਭੁੱਖ ਹੁੰਦੀ ਸਾਧ ਸੰਗਤ ਜੀ ਕੋਈ ਗੁਣ ਲੈਣ ਦੀ। ਹੁਣ ਤਾਂ ਕਹੋ ਮਗਰੋਂ ਕੁਝ ਪਹਿਲਾਂ ਹੀ ਸਾਡੇ ਵਰਗੇ ਨੱਠ ਭੱਜ ਜਾਂਦੇ, ਸਹੂਲਤਾਂ ਭਾਵੇਂ ਲੱਖ ਹੋਣ। ਪੰਡਿਤ ਗੁਲਾਬ ਸਿੰਘ ਧੰਨ ਵੇਖੋ ਜਿਨ੍ਹਾਂ ਨੇ ਬ੍ਰਾਹਮਣੀ ਆਪਣੇ ਵਿਦਿਆ ਗੁਰੂ ਦੀ ਮਾਤਾ ਦੀ ਘਰ ਵਾਲੀ ਦੀ ਵੀ ਨਹੀਂ ਸੇਵਾ ਕੀਤੀ ਹੈ, ਪੁੱਤਰ ਦੀ ਸੇਵਾ ਕੀਤੀ ਹੈ ਪਰਿਵਾਰ ਵਾਂਗ। ਇਸ ਕਰਕੇ ਉਹਨਾਂ ਨੇ ਕਸ਼ਟ ਝੱਲਿਆ। ਉਹਨਾਂ ਦੀ ਮਨ ਦੀ ਇੱਛਾ ਸੀ ਵੀ ਦੂਜਿਆਂ ਨੂੰ ਨਾ ਝੱਲਣਾ ਪਵੇ, ਵੀ ਮਿੰਨਤਾਂ ਨਾ ਕਰਨੀਆਂ ਪੈਣ। ਇਹ ਵਿਚਾਰ ਕਰਕੇ ਆਪ ਜੀ ਨੇ ਸੰਮਤ 1834 ਬਿਕਰਮੀ ਵਿੱਚ ਭਾਵ ਰਸਾਮ੍ਰਿਤ ਗ੍ਰੰਥ ਰਚਿਆ। ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜੋਤੀ ਜੋਤ ਸਮਾਇਆ ਬਹੁਤਾ ਸਮਾਂ ਨਹੀਂ ਸੀ ਹੋਇਆ, ਕੇਵਲ 69 ਵਰਸ ਹੋਏ ਸਨ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ 1765 ਬਿਕਰਮੀ ਸੰਮਤ ਦੇ ਕੱਤਕ ਸੁਦੀ 5 ਨੂੰ ਜੋਤੀ ਜੋਤ ਸਮਾਏ, ਅਤੇ ਆਪ ਜੀ ਨੇ ਸੰਮਤ 1834 ਵਿੱਚ ਭਾਵ ਰਸਾਮ੍ਰਿਤ ਜਿਹੜਾ ਹੈ
ਅਤੇ 1834 ਵਿੱਚ ਹੀ ਵਿਦਾਂਤ ਦਾ ਸ਼੍ਰੋਮਣੀ ਗ੍ਰੰਥ ਮੋਕਸ਼ ਪੰਥ ਰਚਿਆ ਹੈ। 2 ਗ੍ਰੰਥ। ਫਿਰ ਇਸ ਤੋਂ ਇਲਾਵਾ 1839 ਵਿੱਚ ਅਧਿਆਤਮ ਰਾਮਾਇਣ ਲਿਖੀ ਅਤੇ 1849 ਬਿਕਰਮੀ ਸੰਮਤ 'ਚ ਪ੍ਰਬੋਧ ਚੰਦਰ ਨਾਟਕ ਗ੍ਰੰਥ ਲਿਖਿਆ। ਬਹੁਤ ਸੋਹਣਾ ਗ੍ਰੰਥ ਇਹ ਵੀ ਹੈ, ਪੜ੍ਹਨ ਦੇ ਲਾਇਕ ਹੈ। ਪੜ੍ਹਾਇਆ ਜਾਂਦਾ ਵਿਦਿਆਰਥੀਆਂ ਨੂੰ ਜਿਹੜੇ ਸੰਪਰਦਾ ਦੀ ਵਿੱਦਿਆ ਲੈਂਦੇ ਹੈ, ਜਿਸ ਨੂੰ ਪੜ੍ਹ ਕੇ ਕਾਂਸੀ ਦੇ ਬ੍ਰਾਹਮਣਾਂ ਦੀ ਈਰਖਾ ਦੀ ਅੱਗ ਇਤਨੀ ਭੜਕ ਗਈ ਸੀ ਕਿ ਬ੍ਰਾਹਮਣਾਂ ਨੂੰ ਕਾਂਸੀ ਵਿੱਚ ਵਿਦਵਾਨ ਬ੍ਰਾਹਮਣਾਂ ਦੀ ਸਭਾ ਇਕੱਤਰ ਕਰਨੀ ਪਈ। ਉਸ ਸਭਾ ਵਿੱਚ ਇਸ ਗੱਲ 'ਤੇ ਖੁੱਲ੍ਹ ਕੇ ਵਿਚਾਰ ਹੋਈ ਕਿ ਪੰਡਿਤ ਜਿਹੜਾ ਗੁਲਾਬ ਸਿੰਘ ਹੈ ਅਤੇ ਸਿੱਖੀ ਗੁਰੂ ਕਾ ਭਾਈ ਗੁਲਾਬ ਸਿੰਘ ਵਿਦਵਾਨ ਹੋਣ ਕਰਕੇ ਪੰਡਿਤ ਨਾਂ ਪੈ ਗਿਆ। ਪੰਡਿਤ ਕੋਈ ਉਹਨੂੰ ਨਹੀਂ ਕਿਹਾ ਜਾਂਦਾ ਜਿਹੜਾ ਚੁਟੀਆ ਰੱਖੇ, ਤਿਲਕ ਲਾਏ, ਧੋਤੀ ਬੰਨੇ। ਪੰਡਿਤ ਦਾ ਅਰਥ ਹੁੰਦਾ ਪੰਡ ਤੱਤ, ਜਿਹਦੀ ਬੁੱਧੀ ਬੜੀ ਸਿਆਣੀ ਹੈ ਨਾ, ਤੱਤਮਈ ਹੈ ਵਾ, ਸਿਧਾਂਤ ਵਾਲੀ ਬੁੱਧੀ ਜਿਹਦੀ, ਪੰਡਾ ਨਾਂ ਬੁੱਧੀ ਦਾ, ਜਿਹਦੀ ਬੁੱਧੀ ਬੜੀ ਤੱਤਮਈ ਹੈ, ਸਿਆਣੀ ਹੈ, ਉਹ ਪੰਡਿਤ ਹੈ। ਇਵੇਂ ਵਿਦਵਾਨ ਹੋਣ ਕਰਕੇ ਪੰਡਿਤ ਨਾਂ ਪਿਆ। ਪੰਡਿਤ ਗੁਲਾਬ ਸਿੰਘ ਨੇ ਕਹਿੰਦੇ ਵੀ ਸਾਰੇ ਗ੍ਰੰਥੀ ਦੇਸ਼ ਭਾਸ਼ਾ ਵਿੱਚ ਤਿਆਰ ਕਰ ਦਿੱਤੇ ਆ, ਫਿਰ ਸਾਡਾ ਬੁਰਾ ਹਾਲ ਹੋ ਜੂ, ਸਾਨੂੰ ਕੌਣ ਪੁੱਛੂ, ਸਾਨੂੰ ਕਿਸੇ ਨੇ ਮੰਨਣਾ ਹੀ ਨਹੀਂ ਹੈ, ਪੂਜਣਾ ਹੀ ਨਹੀਂ ਹੈ, ਇਹਦਾ ਹੱਲ ਕਰੀਏ ਕੋਈ। ਉਹ ਫੈਸਲਾ ਇਹ ਹੋਇਆ ਕਿ ਐਸਾ ਢੰਗ ਵਰਤੀਏ ਕਿ ਅੱਗੇ ਗੁਲਾਬ ਸਿੰਘ ਕੋਈ ਗ੍ਰੰਥ ਨਾ ਬਣਾਏ, ਪਿਛਲੇ ਗ੍ਰੰਥ ਉਹਦੇ ਲਿਖੇ ਹੋਏ ਫੂਕ ਦਿੱਤੇ ਜਾਣ। ਇਹ ਵਿਚਾਰ ਕਰਕੇ ਜਿਹੜੇ ਮੁਖੀ ਬ੍ਰਾਹਮਣ ਨਾ, ਈਰਖਾਲੂ, ਝਗੜਾਲੂ, ਮਨ ਕਾ ਕ੍ਰੋਧ ਨਿਵਾਰ ਪੰਡਿਤ, ਇਹੋ ਜਿਹੀ ਜਿਹੜੀ ਅਵਸਥਾ ਵਾਲੇ ਸੀ, ਉਹ ਬ੍ਰਾਹਮਣ ਪੰਡਤਾਂ ਦੀ ਇੱਕ ਮੰਡਲੀ ਸੰਤ ਮਾਨ ਸਿੰਘ ਜੀ ਦੇ ਸਥਾਨ 'ਤੇ ਪਹੁੰਚੀ। ਆਪੋ ਵਿੱਚ ਹੀ ਮੇਲ ਮਿਲਾਪ ਕਰਕੇ ਜਦੋਂ ਸੰਤ ਮਾਨ ਸਿੰਘ ਜੀ ਨੇ ਆਸਣ ਗ੍ਰਹਿਣ ਕਰ ਲਈ, ਬੇਨਤੀ ਕੀਤੀ, ਪੁੱਛਿਆ, ਮਹਾਰਾਜ ਇਹ ਹੰਸ ਮੰਡਲੀ ਕਿੱਧਰੋਂ ਆਈ ਹੈ? ਤੁਹਾਡੇ ਤਾਂ ਦਰਸ਼ਨਾਂ ਨੂੰ ਵੱਡੇ ਵੱਡੇ ਸ਼ਾਹੂਕਾਰ, ਅਮੀਰ ਰਾਜੇ ਲੋਕ ਤਰਸਦੇ ਆ, ਤੁਸੀਂ ਅੱਜ ਸਾਡੇ ਕੋਲ ਕਿਵੇਂ ਆਏ ਮਹਾਰਾਜ? ਕਿਉਂਕਿ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਉਹਨਾਂ ਨੂੰ ਸਾਰੇ ਮਹਾਂਪੁਰਸ਼ ਹੀ ਦਿਖਦੇ, ਇਸ ਕਰਕੇ ਉਹਨਾਂ ਸਤਿਕਾਰ ਕੀਤਾ। ਸਭਨਾ ਇੱਕ ਸੁਰ ਹੋ ਕੇ ਕਿਹਾ, ਤਤ ਬੇਤੇ ਮਹਾਂਪੁਰਸ਼ੋ, ਅਸੀਂ ਤੁਹਾਡੇ ਦਰ 'ਤੇ ਭਿਖਾਰੀ ਬਣ ਕੇ ਆਏ ਹਾਂ, ਕੁਝ ਮੰਗਣ ਆਏ ਹਾਂ, ਪਰ ਮੰਗਾਂਗੇ ਤੇ ਜੇ ਆਪ ਜੀ ਖਾਲੀ ਨਾ ਮੋੜੋ। ਤਾਂ ਸੰਤ ਮਾਨ ਸਿੰਘ ਜੀ ਨੇ ਕਿਹਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ, ਤੁਸੀਂ ਨਿਰਸੰਸ਼ੇ ਹੋ ਕੇ ਮੰਗੋ, ਪਰ ਇਹ ਸੋਚ ਕੇ ਮੰਗਿਓ ਕਿ ਜੋ ਮੰਗੋਗੇ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਨਾ ਹੋਵੇ, ਭਾਵ ਸਾਡੇ ਤੋਂ ਬਾਹਰ ਆਣਾ ਹੋਵੇ, ਇਹ ਨਾ ਹੋਵੇ ਜੋ ਇੱਥੇ ਹੈ ਨਹੀਂ ਇਹ ਤੁਹਾਨੂੰ ਦੇ ਨਾ ਸਕੀਏ। ਤੁਸੀਂ ਉਹ ਮੰਗੋ ਜੋ ਸਾਡੇ ਕੋਲ ਸੁਭਾਏਮਾਨ ਸਾਰਾ ਕੁਝ। ਤਾਂ ਪੰਡਤਾਂ ਨੇ ਕਿਹਾ, ਜੇ ਤੁਹਾਡੇ ਅਧਿਕਾਰ ਖੇਤਰ ਤੋਂ ਬਾਹਰ ਹੁੰਦਾ ਤਾਂ ਅਸੀਂ ਤੁਹਾਡੇ ਕੋਲ ਆਉਂਦੇ ਹੀ ਕਿਉਂ? ਤਾਂ ਬ੍ਰਾਹਮਣ ਨੇ ਕਿਹਾ, ਮੰਗਣ ਤੋਂ ਪਹਿਲਾਂ ਸਾਨੂੰ ਬਚਨ ਦਿਓ ਕਿ ਤੁਸੀਂ ਆਪਣੇ ਬਚਨ ਤੋਂ ਬਦਲੋਗੇ ਨਹੀਂ। ਸੰਤ ਮਾਨ ਸਿੰਘ ਜੀ ਨੇ ਕਿਹਾ ਕਿ ਗੁਰੂ ਦਾ ਸਿੰਘ ਕਦੇ ਆਪਣੇ ਬਚਨ ਤੋਂ ਬਦਲਦਾ ਹੀ ਨਹੀਂ, ਉਹ ਸਿੱਖ ਹੀ ਨਹੀਂ ਹੈ। ਬਚਨ ਕਰੇ ਤਾਂ ਖਿਸਕ ਜਾਏ, ਬੋਲੇ ਸਭ ਕੱਚਾ। ਸਿੱਖ ਸੂਰਬੀਰ ਕੇ ਬਚਨ ਕੇ ਬਲੀ ਹੁੰਦੇ ਆ, ਅਸੀਂ ਨਹੀਂ ਮੁੱਕਰਦੇ। ਅਤੇ ਕਹਿੰਦੇ ਵੀ ਬਚਨਾਂ ਤੋਂ ਬਦਲਦੇ ਨਹੀਂ ਅਸੀਂ, ਜਾਓ ਤੁਹਾਨੂੰ ਬਚਨ ਦਿੱਤਾ, ਜੋ ਤੁਸੀਂ ਕਹੋਗੇ ਤੁਹਾਡਾ ਬਚਨ ਪੂਰਾ ਕਰਾਂਗੇ। ਪੰਡਤਾਂ ਨੇ ਕਿਹਾ, ਇੱਕ ਤਾਂ ਆਪਣੇ ਸ਼ੇਸ਼ ਗੁਲਾਬ ਸਿੰਘ ਨੂੰ ਹੁਕਮ ਕਰੋ ਕਿ ਅੱਗੇ ਤੋਂ ਕੋਈ ਗ੍ਰੰਥ ਜਿਹੜਾ ਹੈ ਨਾ ਉਹ ਲਿਖੇ ਨਾ, ਕਿਸੇ ਵੀ ਭਾਸ਼ਾ ਵਿੱਚ, ਭਾਵੇਂ ਸੰਸਕ੍ਰਿਤ, ਭਾਵੇਂ ਦੇਸ਼ ਭਾਸ਼ਾ ਵਿੱਚ ਜਾਂ ਅੰਗਰੇਜ਼ੀ ਭਾਸ਼ਾ 'ਚ। ਅਤੇ ਹੁਣ ਤੱਕ ਜੋ ਲਿਖੇ ਗਏ ਗ੍ਰੰਥ ਹੈ ਉਹ ਸਾਰੇ ਗ੍ਰੰਥ ਸਾਡੇ ਹਵਾਲੇ ਕਰ ਦਿੱਤੇ ਜਾਣ, ਅਸੀਂ ਆਪਣੇ ਵਿਦਿਆਲੇ ਵਿੱਚ ਸਾਂਭ ਕੇ ਰੱਖਾਂਗੇ। ਫਿਰ ਸੰਤ ਮਾਨ ਸਿੰਘ ਜੀ ਦੀ ਇਹ ਗੱਲ ਸਮਝ ਆਈ ਕਿ ਇਹਨਾਂ ਨੇ ਧੋਖੇ ਨਾਲ ਮੇਰੇ ਕੋਲੋਂ ਬਚਨ ਲੈ ਲਿਆ ਹੈ। ਮੈਨੂੰ ਇਹਨਾਂ ਦੀ ਕੂਟਨੀਤੀ ਦਾ ਪਤਾ ਨਹੀਂ ਸੀ, ਪਰ ਮੈਂ ਆਪਣੇ ਗੁਰੂ ਘਰ ਦੀ ਮਰਿਆਦਾ ਦਾ ਉਲੰਘਣ ਨਹੀਂ ਕਰਾਂਗਾ, ਬਚਨ ਕਰਕੇ ਖਿਸਕਾਂਗਾ ਨਹੀਂ। ਇਸ ਕਰਕੇ ਮੈਂ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਗਤ ਕੀਤੀ ਹੈ, ਉੱਥੋਂ ਇਹ ਸਿੱਖਿਆ ਮਿਲੀ ਹੈ ਕਿ ਬਚਨ ਕਰਕੇ ਪਾਲਣਾ ਚਾਹੀਦਾ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਹਨ ਕਿ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ।
ਸੱਚ ਬੋਲਿਆ ਵੀ ਜੋ ਕਹਿ ਦਿੱਤਾ ਕਰਨਾ ਉਹ ਕਰਨਾ ਹੀ ਹੈ ਅਤੇ ਬਚਨ ਪਾਲਣਾ ਚਾਹੀਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਰਕੇ ਆਪਣੀ ਸੀਸ ਦਾ ਬਲੀਦਾਨ ਦਿੱਤਾ, ਪਰ ਬਚਨ ਛੋਟਾ ਨਹੀਂ ਹੋਣ ਦਿੱਤਾ। ਹੱਠ ਨਹੀਂ ਛੱਡਿਆ ਕਿ ਸੀਸ ਦੀਆ ਪਰ ਸਿਰ ਨਾ ਦੀਆ। ਉਹ ਜਿਹੜਾ ਹੱਠ ਪ੍ਰਤੱਗਿਆ ਉਹ ਨਹੀਂ ਸੀ ਜਾਣ ਦਿੱਤੀ। ਬਚਨ ਛੋਟਾ ਨਹੀਂ ਹੋਣ ਦਿੱਤਾ। ਸੰਤ ਮਾਨ ਸਿੰਘ ਜੀ ਨੇ ਕਿਹਾ, ਹੇ ਬ੍ਰਾਹਮਣਾ, ਤੁਸੀਂ ਚੰਗਾ ਨਹੀਂ ਕੀਤਾ, ਮੇਰੇ ਕੋਲੋਂ ਧੋਖੇ ਨਾਲ ਬਚਨ ਲੈ ਲਿਆ। ਬਚਨ ਇੱਕ ਲਿਆ ਸੀ, ਤੁਸੀਂ ਹੁਣ ਇਸ ਵਿੱਚ ਇੱਕ ਹੋਰ ਸ਼ਾਮਲ ਕਰ ਲਿਆ ਹੈ। ਮੈਂ ਆਪਣੇ ਸ਼ਿਸ਼ ਗੁਲਾਬ ਸਿੰਘ ਨੂੰ ਹੋਰ ਕੋਈ ਵੀ ਗ੍ਰੰਥ ਭਾਸ਼ਾ ਵਿੱਚ ਲਿਖਣ ਤੋਂ ਰੋਕ ਦਿਆਂਗਾ, ਪਰ ਤੁਸੀਂ ਐਸਾ ਕਿਉਂ ਕੀਤਾ? ਲਿਖਣ ਵਿੱਚ ਸਭ ਨੂੰ ਸੁਤੰਤਰਤਾ ਹੁੰਦੀ। ਪੰਡਤਾਂ ਨੇ ਕਿਹਾ, ਸਾਰੇ ਗ੍ਰੰਥ ਭਾਸ਼ਾ ਵਿੱਚ ਹੋ ਗਏ ਤਾਂ ਸਾਡੇ ਕੋਲ ਕਿਹਨੇ ਆਉਣਾ? ਸਾਡੀ ਰੋਜੀ ਰੋਟੀ ਮਾਰੀ ਜਾਵੇਗੀ, ਸਨਮਾਨ ਵੀ ਸੰਸਾਰ ਵਿੱਚ ਨਹੀਂ ਰਹੇਗਾ। ਸੰਤ ਮਾਨ ਸਿੰਘ ਨੇ ਕਿਹਾ, ਤੁਹਾਡਾ ਬਚਨ ਹੋਰ ਗ੍ਰੰਥ ਨਾ ਲਿਖਣ ਦਾ ਮੰਨ ਲਿਆ ਹੈ, ਪਰ ਤੁਸੀਂ ਤਾਂ ਹੋਰ ਵੀ ਨਾਲ ਕਹਿ ਦਿੱਤਾ, ਗੁਲਾਬ ਸਿੰਘ ਹੋਰ ਗ੍ਰੰਥ ਨਹੀਂ ਲਿਖੇਗਾ, ਪਰ ਤੁਸੀਂ ਦੂਸਰਾ ਬਚਨ ਆਪਣੀ ਮਰਜ਼ੀ ਨਾਲ ਹੀ ਜੋੜ ਲਿਆ ਹੈ। ਜਿੰਨੇ ਗ੍ਰੰਥ ਹੁਣ ਤੱਕ ਲਿਖੇ ਹਨ ਉਹਨਾਂ ਨੂੰ ਕਿਉਂ ਮੰਗਦੇ ਹੋ? ਇਹ ਤਾਂ ਕੋਈ ਚੰਗੀ ਗੱਲ ਨਹੀਂ ਹੈ ਨਾ। ਤਾਂ ਪੰਡਤਾਂ ਨੇ ਕਿਹਾ, ਗ੍ਰੰਥ ਮੰਗਣੇ ਵੀ ਤੁਹਾਡੇ ਦਿੱਤੇ ਹੋਏ ਬਚਨ ਦਾ ਹਿੱਸਾ ਹਨ। ਸਾਡੀ ਇੱਕੋ ਹੀ ਮੰਗ ਦੇ ਦੋ ਹਿੱਸੇ ਨਾ ਸਮਝੋ, ਇੱਕ ਹੀ, ਕਿਉਂਕਿ ਜੇ ਲਿਖੇ ਗ੍ਰੰਥ ਵੀ ਗੁਲਾਬ ਸਿੰਘ ਦੇ ਕੋਲ ਰਹੇ ਤਾਂ ਸਾਡਾ ਉਤਨਾ ਹੀ ਨੁਕਸਾਨ ਹੈ ਜਿੰਨਾ ਹੋਰ ਗ੍ਰੰਥ ਲਿਖਣ ਦਾ ਹੈ। ਸੰਤ ਮਾਨ ਸਿੰਘ ਜੀ ਨੇ ਭਰੇ ਹੋਏ ਮਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਚੇਤੇ ਕਰਦੇ ਹੋਏ ਕਿ ਮਹਾਰਾਜ ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿੱਤ ਹੈ ਬੁਰਿਆਈ। ਇਹਨਾਂ ਦੀ ਤਾਂ ਇਹ ਹਾਲਤ ਹੋਈ ਪਈ। ਇਹ ਕਾਲੇ ਬ੍ਰਾਹਮਣ ਹਨ। ਅਤੇ ਜਿੰਨੇ ਫਿਰ ਗ੍ਰੰਥ ਜਿਹੜੇ ਪੰਡਤ ਗੁਲਾਬ ਸਿੰਘ ਮਹਾਰਾਜ ਜੀ ਨੇ ਲਿਖੇ ਸਨ, ਬ੍ਰਿਜ ਭਾਸ਼ਾ ਵਿੱਚ, ਦੇਸ਼ ਭਾਸ਼ਾ 'ਚ ਕੀਤੇ, ਉਹ ਪੰਡਤਾਂ ਦੇ ਹਵਾਲੇ ਕਰ ਦਿੱਤੇ ਸੰਤ ਮਾਨ ਸਿੰਘ ਜੀ ਨੇ। ਜਿਸ ਵੇਲੇ ਪੰਡਤਾਂ ਦੀ ਮੰਡਲੀ ਜਦੋਂ ਮਾਨ ਸਿੰਘ ਕੋਲ ਆਈ ਸੀ, ਉਸ ਵੇਲੇ ਪੰਡਤ ਗੁਲਾਬ ਸਿੰਘ ਜੀ ਡੇਰੇ ਵਿੱਚ ਨਹੀਂ ਸਨ। ਤਾਂ ਇਹ ਭਾਣਾ ਵਰਤਿਆ। ਜਦੋਂ ਡੇਰੇ ਵਿੱਚ ਵਾਪਸ ਆਏ ਸੰਤ ਮਹਾਰਾਜ ਗੁਲਾਬ ਸਿੰਘ ਜੀ, ਤਾਂ ਸੰਤ ਮਾਨ ਸਿੰਘ ਜੀ ਨੂੰ ਉਦਾਸ ਬੈਠਿਆਂ ਦੇਖ ਕੇ ਪੁੱਛਿਆ ਕਿ ਅੱਜ ਉਪਰਾਮਤਾ ਦਾ ਕਾਰਨ? ਤਾਂ ਸੰਤ ਮਾਨ ਸਿੰਘ ਜੀ ਨੇ ਭਰੇ ਮਨ ਨਾਲ ਬ੍ਰਾਹਮਣਾਂ ਦੀ ਕੁਟਲ ਨੀਤੀ ਨਾਲ ਗ੍ਰੰਥ ਲੈ ਜਾਣ ਦੀ ਅਤੇ ਅੱਗੇ ਤੋਂ ਗ੍ਰੰਥ ਨਾ ਲਿਖਣ ਦੀ ਵਾਰਤਾ ਕਹਿ ਸੁਣਾਈ। ਪੰਡਤ ਗੁਲਾਬ ਸਿੰਘ ਜੀ ਨੇ ਸਾਰੀ ਜ਼ਿੰਦਗੀ ਦੀ ਮਿਹਨਤ ਖੋ ਕੇ ਵੀ ਆਪਣੇ ਵਿਦਿਆ ਗੁਰੂ ਦੇ ਦਿੱਤੇ ਹੋਏ ਬਚਨ ਛੋਟਾ ਨਹੀਂ ਹੋਣ ਦਿੱਤਾ। ਧੰਨ ਹਨ ਗੁਰੂ ਕੇ ਸਿੱਖ। ਵੇਖ ਲਓ ਵੀ ਕਿੰਨੀ ਮਿਹਨਤ ਕੀਤੀ, ਪਰ ਵਿਦਿਆ ਗੁਰੂ ਦਾ ਅਹਿਸਾਨ ਨਹੀਂ ਭੁਲਾਇਆ, ਅੱਗੇ ਇੱਕ ਵੀ ਬਚਨ ਨਹੀਂ ਕੀਤਾ। ਬ੍ਰਹਮ ਗਿਆਨੀ ਵਿਦਿਆ ਦਾਤੇ ਸੰਤ ਮਾਨ ਸਿੰਘ ਜੀ ਨੇ ਇਹਨਾਂ ਦੇ ਨਿਸ਼ਚੇ ਨੂੰ ਦੇਖਦੇ ਹੋਇਆ ਕਿ ਕੋਈ ਗ੍ਰੰਥ ਤੁਹਾਡਾ ਲਿਖਿਆ ਹੋਇਆ ਅਗਰ ਡੇਰੇ ਤੋਂ ਬਾਹਰ ਹੈ ਤਾਂ ਮੈਨੂੰ ਦੱਸੋ। ਤਾਂ ਉਹਨਾਂ ਦੇ 4 ਗ੍ਰੰਥਾਂ ਦਾ ਨਾਂ ਲਿਆ। ਪੰਡਤ ਗੁਲਾਬ ਸਿੰਘ 4 ਗ੍ਰੰਥ ਦੱਸੇ ਵੀ ਮਹਾਰਾਜ ਆਹ ਗ੍ਰੰਥ ਅਜੇ ਬਾਕੀ ਹੈ। ਭਾਵ ਰਸਾਮ੍ਰਿਤ, ਮੋਕਸ਼ ਪੰਥ, ਅਧਿਆਤਮ ਰਮਾਇਣ, ਪ੍ਰਬੋਧ ਚੰਦਰ ਨਾਟਕ। ਇਹ 4 ਗ੍ਰੰਥ ਕੋਈ ਸਾਧੂ ਮੇਰੇ ਕੋਲੋਂ ਪੜ੍ਹਨ ਵਾਸਤੇ ਲੈ ਗਏ ਹਨ। ਤਾਂ ਸੰਤ ਮਾਨ ਸਿੰਘ ਜੀ ਨੇ ਕਿਹਾ ਉਹ 4 ਗ੍ਰੰਥ ਮੰਗਾਓ, ਅਤੇ ਸੰਤ ਮਾਨ ਸਿੰਘ ਜੀ ਨੇ ਆਪਣੀ ਬਰਕਤਾਂ ਭਰੀ ਜ਼ੁਬਾਨ ਤੋਂ ਬਚਨ ਕੀਤਾ, ਹੇ ਗੁਲਾਬ ਸਿੰਘ, ਜਿਵੇਂ ਤੂੰ ਮੇਰੀ ਆਗਿਆ ਦਾ ਪਾਲਣ ਕਰਕੇ ਮੇਰੇ ਬਚਨ ਛੋਟਾ ਨਹੀਂ ਹੋਣ ਦਿੱਤਾ, ਮੈਂ ਹੁਣ ਤੈਨੂੰ ਵਰ ਦਿੰਦਾ ਹਾਂ ਕਿ ਤੇਰੇ 4 ਗ੍ਰੰਥ ਦੀ ਪ੍ਰਸਿੱਧੀ ਸਾਰੀਆਂ ਸੰਪਰਦਾਵਾਂ ਵਿੱਚ ਹੋਵੇਗੀ। ਰਹਿੰਦੀ ਦੁਨੀਆ ਤੱਕ ਇਹਨਾਂ ਗ੍ਰੰਥਾਂ ਦੁਆਰਾ ਤੂੰ ਅਮਰ ਰਹੇਗਾ। 4 ਗ੍ਰੰਥਾਂ ਦੀ ਮਹਾਨਤਾ ਸਦੀਵ ਰਹੇਗੀ। ਫਿਰ ਇਹਨਾਂ 4 ਗ੍ਰੰਥਾਂ ਦੇ ਅੱਗੇ ਉਤਾਰੇ ਹੋ ਕੇ ਅੱਜ ਸਾਰੀਆਂ ਸੰਪਰਦਾਵਾਂ ਵਿੱਚ ਛਾਏ ਹੋਏ ਹਨ। ਜੋ ਗ੍ਰੰਥ ਪੰਡਾ ਬੰਨ੍ਹ ਕੇ ਬ੍ਰਾਹਮਣ ਲੈ ਗਏ ਸਨ, ਉਹ ਉਹਨਾਂ ਨੇ ਸਾਰੇ ਅੱਗ ਲਾ ਕੇ ਫੂਕ ਦਿੱਤੇ। ਕਈ ਪੁਰਾਣੇ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕਿ ਵਿਦਾਂਤ ਮਤ ਦੇ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਕਰਨ ਤੋਂ ਬਾਅਦ ਵੇਦਾਂ ਦਾ ਵੀ ਅਨੁਵਾਦ ਕੀਤਾ ਸੀ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਨੇ। ਪਰ ਸਿੱਖ ਜਗਤ ਦੇ ਕੋਲ
ਇਹ ਖਜ਼ਾਨਾ ਨਾ ਰਿਹਾ। ਇਹ ਘਾਟਾ ਸਿੱਖ ਜਗਤ ਨੂੰ ਦੂਸਰੀ ਵਾਰ ਪਿਆ ਹੈ। ਪਹਿਲੀ ਵਾਰ ਜਦੋਂ ਜਿਹੜਾ ਵਿੱਦਿਆ ਸਾਗਰ ਗ੍ਰੰਥ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਤਿਆਰ ਕੀਤਾ ਹੋਇਆ, ਉਹਦੇ ਸਰਸਾ ਦੀ ਭੇਟ ਹੋਇਆ ਜਦੋਂ ਅਨੰਦਪੁਰ ਸਾਹਿਬ ਛੱਡ ਕੇ ਸਿੱਖ ਸ਼ਹੀਦ ਹੋਏ। 700 ਸਿੱਖ ਸ਼ਹੀਦ ਹੋਇਆ ਇੱਥੇ, ਅਤੇ ਉਹ ਵਿੱਦਿਆ ਸਾਗਰ ਵਿੱਦਿਆਧਾਰ ਗ੍ਰੰਥ ਵੀ ਨਾਮ ਲੈਂਦੇ ਉਹਦਾ। ਉਹ ਸਰਸਾ ਦੀ ਭੇਟ ਹੋਇਆ ਸੀ, ਜਿਹਦਾ ਵਜਨ 9 ਮਣ ਤੋਲ ਲਿਆ ਗਿਆ ਸੀ। ਉਹਦੇ ਵਿੱਚ ਸਾਰੇ ਮਹਾਂਭਾਰਤ ਗੀਤਾ ਆਦਿ ਦੇ ਲੱਥੇ ਕਰ ਕਰਕੇ ਮਹਾਰਾਜ ਨੇ ਸੌਖੇ ਢੰਗ ਨਾਲ ਤਿਆਰ ਕੀਤਾ ਸੀ, ਤਾਂ ਜੋ ਸਿੱਖ ਜਿਹੜੇ ਹੈ ਗੁਰੂ ਘਰ ਵਿੱਚ ਰਹਿ ਕੇ ਪੜ੍ਹ ਲੈਣ। ਇਹ 52 ਕਵੀਆਂ ਨੇ ਗ੍ਰੰਥ ਬਣਾਇਆ ਸੀ, ਪਰ ਜੋ ਪਰਮੇਸ਼ਰ ਨੂੰ ਮਨਜ਼ੂਰ ਹੋਰ ਵੀ ਗ੍ਰੰਥ ਵਿੱਦਿਆ ਸਾਗਰ ਗ੍ਰੰਥ ਵੀ ਭੇਟ ਹੋਇਆ ਸਰਸਾ ਦੀ। ਕਾਂਸੀ ਦੀ ਸਾਰੀ ਵਿੱਦਿਆ ਲਿਖਤ ਰੂਪ ਵਿੱਚ ਇਸ ਗ੍ਰੰਥ ਵਿੱਚ ਗੁੰਥਨ ਕਰ ਦਿੱਤੀ ਗਈ। ਇਸ ਦੇ ਵਿੱਚ ਵੀ ਵੇਦਾਂ ਦਾ ਅਨੁਵਾਦ ਕੀਤਾ ਗਿਆ ਸੀ। ਇਹ ਦੂਸਰੀ ਵਾਰ ਫਿਰ ਜੇ ਕਿਸੇ ਸਿੱਖ ਵਿਦਵਾਨ ਨੇ ਆਪਣੀ ਜ਼ਿੰਦਗੀ ਦੀ ਬਾਜੀ ਲਾ ਕੇ ਵੇਦਾਂ ਦੇ ਅਨੁਵਾਦ ਤੱਕ ਪਹੁੰਚ ਕੀਤੀ, ਇਹ ਖਜ਼ਾਨਾ ਫਿਰ ਪੰਡਤਾਂ ਦੀ ਬੇਈਮਾਨੀ ਨਾਲ ਸਿੱਖ ਜਗਤ ਦੇ ਹੱਥੋਂ ਜਾਂਦਾ ਰਿਹਾ। ਪੰਡਿਤ ਗੁਲਾਬ ਸਿੰਘ ਜੀ ਦਾ ਕੈਸਾ ਜੀਵਨ ਰਿਹਾ ਹੈ ਕਿ ਪਹਿਲਾਂ ਤਾਂ ਵਿੱਦਿਆ ਪੜ੍ਹਨ ਵੇਲੇ ਕਾਂਚੀ ਦੇ ਬ੍ਰਾਹਮਣਾਂ ਦੀ ਕਿੰਨੀ ਮੁਸ਼ੱਕਤ ਕਰਨੀ ਪਈ। ਪਹਿਲਾਂ ਕਾਂਚੀ ਵਿੱਚ ਵਿੱਦਿਆ ਪੜ੍ਹਨ ਵੇਲੇ ਸੰਤਾਪ ਹਟਾਇਆ, ਉਹ ਅਸੀਂ ਪਿੱਛੇ ਲਿਖ ਹੀ ਆਏ ਹਾਂ, ਉਹ ਪਿੱਛੇ ਆਪਾਂ ਸਰਵਣ ਕਰ ਹੀ ਆਏ ਹਾਂ। ਹੁਣ ਦੂਸਰੀ ਵਾਰ ਸਾਰੀ ਜ਼ਿੰਦਗੀ ਦੀ ਕੀਤੀ ਹੋਈ ਘਾਲਣਾ ਪੰਡਤਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਗਈ। ਨਹੀਂ ਤਾਂ ਅੱਜ ਸਿੱਖ ਜਗਤ ਨੂੰ ਵੇਦ ਵਿੱਦਿਆ ਪੜ੍ਹਨ ਵਾਸਤੇ ਕਾਂਚੀ ਜਾਣ ਦੀ ਲੋੜ ਨਾ ਪੈਂਦੀ, ਕਈ ਤਰਲੇ ਮਾਰਨੇ ਪੈਂਦੇ ਹੁਣ। ਇਸ ਦੇ ਨਾਲ ਹੀ ਇੱਕ ਛੋਟੀ ਜਿਹੀ ਵਾਰਤਾ ਪੰਡਿਤ ਗੁਲਾਬ ਸਿੰਘ ਜੀ ਦੀ ਵਿਰਗਤੀ ਦੀ ਝਲਕ ਦੇਣ ਵਾਲੀ ਲਿਖੀ ਹੋਈ ਹੈ ਟੀਕਿਆਂ ਵਿੱਚ। ਜਦੋਂ ਇਹ ਸਭ ਕੁਝ ਤਿਆਗ ਕੇ ਸਾਧੂ ਬਾਣੇ ਵਿੱਚ ਆ ਗਏ ਸਨ, ਤਾਂ ਇੱਕ ਦਿਨ ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਮਿਲਣ ਵਾਸਤੇ ਡੇਰੇ ਵਿੱਚ ਆਏ। ਮਾਤਾ ਪਿਤਾ ਬਹੁਤ ਬਜ਼ੁਰਗ ਹੋ ਚੁੱਕੇ ਸਨ। ਗੁਲਾਬ ਸਿੰਘ ਨੂੰ ਦੇਖ ਕੇ ਰੋਣ ਲੱਗ ਪਏ। ਤਾਂ ਸੰਤ ਗੁਲਾਬ ਸਿੰਘ ਜੀ ਨੇ ਰੋਣ ਦਾ ਕਾਰਨ ਪੁੱਛਿਆ। ਮਾਤਾ ਬੋਲੀ, ਪੁੱਤਰ ਮੈਂ ਕੀ ਕਹਾਂ, ਸਾਡੇ ਰੋਣ ਦਾ ਕਾਰਨ ਇਹ ਕੀ ਹੈ ਕਿ ਇੱਕੋ ਇੱਕ ਤਾਂ ਪੁੱਤਰ ਤੂੰ ਸਾਡੀ ਇਕਲੌਤੀ ਸੰਤਾਨ ਹੈ, ਇੱਕੋ ਇੱਕ ਤੂੰ ਸਾਡਾ ਪੁੱਤਰ ਹੈ। ਜਿੰਨੀ ਦੇਰ ਤੱਕ ਤੁਹਾਡਾ ਜਨਮ ਨਹੀਂ ਸੀ ਹੋਇਆ, ਉਨੀ ਦੇਰ ਮੈਂ ਤੇ ਤੇਰੇ ਪਿਤਾ ਜੀ ਗਮਾਂ ਦੇ ਸਮੁੰਦਰ ਵਿੱਚ ਡੁੱਬੇ ਹੋਏ ਸੀ। ਤੇਰਾ ਜਨਮ ਹੋਇਆ ਪੁੱਤਰ, ਸਾਨੂੰ ਬੜੀ ਖੁਸ਼ੀ ਹੋਈ। ਅਸੀਂ ਸੋਚਣ ਲੱਗੇ ਕਿ ਪੁੱਤਰ ਦੇ ਜਨਮ ਲੈਣ ਨਾਲ ਸੰਸਾਰ ਵਿੱਚ ਸਾਡੀ ਹਿੱਸੇਦਾਰੀ ਹੋ ਗਈ ਹੈ, ਕਿਉਂਕਿ ਪੁੱਤੀ ਗੰਢ ਪਵੇ ਸੰਸਾਰ, ਮਹਾਰਾਜ ਦੇ ਬਚਨ ਵੀ ਹੈ। ਪੁੱਤਰ ਤੇਰੇ ਸੰਤ ਹੋ ਜਾਣ ਨਾਲ ਮੁੜ ਫੇਰ ਉਸੇ ਸੋਗ ਸਮੁੰਦਰ ਵਿੱਚ ਡਿੱਗ ਗਏ ਹਾਂ। ਜੇ ਤੂੰ ਸੰਤ ਹੋਣ ਤੋਂ ਪਹਿਲਾਂ ਗ੍ਰਹਿਸਥੀ ਬਣ ਕੇ ਸੰਤਾਨ ਪੈਦਾ ਕਰ ਲੈਂਦਾ, ਸਾਡੇ ਪੋਤਰੇ ਪੋਤਰੀਆਂ ਹੋ ਜਾਂਦੇ, ਫਿਰ ਸਾਧੂ ਹੋ ਜਾਂਦਾ, ਸਾਨੂੰ ਆਹ ਦੁੱਖ ਨਾ ਦੇਖਣਾ ਪੈਂਦਾ। ਅਸੀਂ ਇਹੋ ਹੀ ਸੋਚਦੇ ਸੰਸਾਰ ਤੋਂ ਤੁਰ ਜਾਵਾਂਗੇ ਕਿ ਜੱਗ ਵਿੱਚ ਸਾਡਾ ਕੋਈ ਵੀ ਨਹੀਂ। ਇਹ ਪੁੱਤਰ ਇਹ ਅੰਸ ਬੰਸ ਨਹੀਂ ਸੰਸਾਰ ਚੱਲਦੇ ਹੈ, ਇਹ ਤਾਂ ਸਾਡਾ ਨਾਂ ਹੀ ਮਿਟ ਜਾਏਗਾ ਵੀ ਕੋਈ ਗੁਲਾਬ ਸਿੰਘ ਹੋਇਆ ਹੈ, ਕੋਈ ਰਾਇਆ ਹੋਇਆ ਹੈ, ਮਾਤਾ ਗੌਰੀ ਹੋਈ ਹੈ। ਜਿਹਦਾ ਨਾਂ ਮਿਟ ਜਾਏ ਉਹ ਜੈਸਾ ਹੋਇਆ ਜੈਸਾ ਨਾ ਹੋਇਆ ਇੱਕ ਬਰਾਬਰ ਹੀ ਹੈ। ਇਹ ਪੁੱਤਰ ਤੂੰ ਆਪ ਹੀ ਸੋਚ, ਅਸੀਂ ਹੁਣ ਰੋਈਏ ਨਾ ਦਾ ਕੀ ਕਰੀ। ਇਹ ਸੁਣ ਕੇ ਪੰਡਿਤ ਗੁਲਾਬ ਸਿੰਘ ਜੀ ਨੇ ਕਿਹਾ, ਮਾਤਾ ਮੈਂ ਹੁਣ ਸਾਧੂ ਹੋ ਕੇ ਗ੍ਰਹਿਸਥੀ ਤਾਂ ਬਣ ਨਹੀਂ ਸਕਦਾ। ਬਾਬਾ ਫਰੀਦ ਸਾਹਿਬ ਜੀ ਲਿਖਦੇ ਆ, ਬੰਨ 28 ਪੋਟਲੀ ਕਿੱਥੇ ਮੰਨਿਆ ਘੱਤ, ਵੀ ਦਰਵੇਸ਼ੀ ਦੀ ਹੁਣ ਪੋਟਲੀ ਬੰਨ੍ਹ ਕੇ 28 ਹੋਈ, ਵੀ ਫਕੀਰ ਬਣੇ ਹੋਏ ਆ, ਅਤੇ ਕਿੱਥੇ ਜਾਣਾ ਚਾਹੁੰਦਾ ਹੁਣ ਤੂੰ ਫਰੀਦਾ, ਕਿੱਥੇ ਆਓ ਉੱਥੇ ਹੀ ਰਹਿ ਹੁਣ ਜਿੱਥੇ ਹੈਗਾ, ਸਾਧੂ ਬਣਿਆ ਰਹਿ ਹੁਣ ਨਾ ਇੱਧਰ ਗ੍ਰਹਿਸਥੀਆਂ ਵੱਲ ਆ, ਬੜਾ ਔਖਾ ਹੋ ਜਾਂਦਾ। ਇਸੇ ਤਰ੍ਹਾਂ ਪੰਡਿਤ ਗੁਲਾਬ ਸਿੰਘ ਕਹਿੰਦੇ, ਮਾਤਾ ਗ੍ਰਹਿਸਥੀ ਤਾਂ ਮੈਂ ਬਣ ਨਹੀਂ ਸਕਦਾ, ਇਹ ਸਾਧੂ ਪਣੇ ਨੂੰ ਕਲੰਕ ਲੱਗਦਾ ਜੇ ਮੈਂ ਫਿਰ ਇਹ ਕੰਮ ਕਰਦਾ। ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਵੀ ਬਚਨ ਆਏ ਹੈ, ਬੈਰਾਗੀ ਬੰਧਨ ਕਰੈ ਤਾਕੋ ਵੱਡੋ ਅਭਾਗ। ਜੇ ਬੈਰਾਗੀ ਹੋ ਕੇ ਫਿਰ ਮੋਹ ਮਮਤਾ ਦੇ ਬੰਧਨਾਂ ਨੂੰ ਧਾਰਨ ਕਰੇ ਨਾ ਤਾਂ ਉਹਦੇ ਵੱਡਾ ਭਾਗਾਂ ਵਾਲਾ ਅਭਾਗੀ ਹੈ, ਉਹ ਭਾਗਾਂ ਵਾਲਾ ਨਹੀਂ ਕੋਈ ਰਹਿੰਦਾ ਉਹ। ਅਤੇ ਰਹੀ ਗੱਲ ਤੁਹਾਡੇ ਨਾਮ ਰਹਿਣ ਦੀ, ਮਾਤਾ ਜੇ ਮੈਂ ਗ੍ਰਹਿਸਥੀ ਹੋ ਵੀ ਜਾਵਾਂ ਤਾਂ ਜ਼ਰੂਰੀ ਨਹੀਂ ਮੇਰੇ ਪੁੱਤਰ ਹੋਵੇ, ਇਹ ਰੱਬ ਦੇ ਹੱਥ ਹੈ। ਬਹੁਤ ਗ੍ਰਹਿਸਥੀ ਸੰਸਾਰ ਵਿੱਚ ਸੰਤਾਨ ਤੋਂ ਹੀਣੇ ਚਲੇ ਜਾਂਦੇ ਆ। ਅਗਰ ਐਸਾ ਮੇਰੇ ਨਾਲ ਹੋਇਆ ਤਾਂ ਫਿਰ ਤੁਹਾਡਾ ਨਾਮ ਕਿਵੇਂ ਰਹੇਗਾ। ਇਸ ਕਰਕੇ ਮਾਤਾ ਜੇ ਸੰਤਾਨ ਹੀ ਨਾ ਹੋਈ ਤਾਂ ਤੁਹਾਡਾ ਨਾਮ ਕਿਵੇਂ ਰਹੇਗਾ। ਸੰਤਾਨ ਹੋਈ ਤਾਂ 3-4 ਪੁਸ਼ਤਾਂ ਬਾਅਦ ਨਾਮ ਮਿਟਦਾ ਜਾਂਦਾ ਹੈ। ਮੈਂ ਤੁਹਾਡਾ ਨਾਮ ਸੰਸਾਰ ਵਿੱਚ ਸਦਾ ਅਮਰ ਕਰ ਦਿਆਂਗਾ, ਕਿਉਂਕਿ ਮਹਾਂਪੁਰਸ਼ ਦਾ ਬੋਲਿਆ ਵਿਅਰਥ ਨਹੀਂ ਜਾਂਦਾ। ਸਾਧ ਬਚਨ ਅਟਲਾਦਾ, ਇਹ ਬਚਨ ਹੀ ਮਾਤਾ ਨੂੰ ਕਹਿ ਦਿੱਤਾ। ਮਾਤਾ ਤੁਹਾਡਾ ਨਾਮ ਸੰਸਾਰ ਵਿੱਚ ਸਦਾ ਅਮਰ ਕਰ ਦਿਆਂਗਾ। ਹੁਣ ਮੈਂ ਜੋ ਵੀ ਗ੍ਰੰਥ ਲਿਖਾਂਗਾ ਉਸ ਦੇ ਵਿੱਚ ਮੈਂ ਤੁਹਾਡੇ ਦੋਵਾਂ ਦਾ ਨਾਮ ਲਿਖਾਂਗਾ ਕਿ ਮੈਂ ਇਹਨਾਂ ਦਾ ਪੁੱਤਰ ਹਾਂ। ਇਸ ਲਿਹਾਜ਼ ਦੇ ਨਾਲ ਤੁਹਾਡਾ ਨਾਮ ਹਮੇਸ਼ਾ ਹੀ ਰਹੇਗਾ। ਅਤੇ ਮਾਤਾ ਪਿਤਾ ਨੂੰ ਸਤਿਕਾਰ ਨਾਲ ਉਸ ਵੇਲੇ ਵਿਦਾ ਕੀਤਾ ਅਤੇ ਕਿਹਾ, ਜਿਤਨੀ ਦੇਰ ਤੁਹਾਡੇ ਹੱਥ ਪੈਰ ਅਤੇ ਸਰੀਰ ਚੱਲਦਾ ਹੈ ਉਤਨੀ ਦੇਰ ਆਪਣੇ ਘਰ ਰਹੋ। ਜਦੋਂ ਤੁਸੀਂ ਆਪਣੀਆਂ ਕਿਰਿਆ ਤੋਂ ਸਮਰਥ ਹੋ ਜਾਓ ਤਦੋਂ ਮੈਂ ਆਪਣੇ ਡੇਰੇ ਵਿੱਚ ਤੁਹਾਨੂੰ ਰੱਖ ਕੇ ਅੰਤ ਵੇਲੇ ਤੱਕ ਤੁਹਾਡੀ ਸੇਵਾ ਕਰਾਂਗਾ। ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਨੇ ਬਚਨ ਨਿਭਾਇਆ। ਸਾਧ ਸੰਗਤ ਜੀ, ਭਾਵਰ ਸਾਮਰਤ ਵਿੱਚ, ਮੋਖ ਪੰਥ ਵਿੱਚ, ਪ੍ਰਬੋਧ ਚੰਦਰ ਨਾਟਕ ਵਿੱਚ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਮਾਂ ਨੂੰ ਗ੍ਰੰਥ ਵਿੱਚ ਲਿਖਿਆ। ਉਹਨਾਂ ਦੇ ਦੋਹਰੇ ਹੁੰਦੇ ਆ। ਭਾਵਰ ਸਾਮਰਤ ਵਿੱਚ ਵੀ ਉਹਨਾਂ ਲਿਖਿਆ ਇਸੇ ਗ੍ਰੰਥ ਜੀ ਜਿਹੜਾ ਆਪਾਂ ਜਿਹਦੀ ਕਥਾ ਆਪਾਂ ਹੁਣ ਅੱਗੇ ਕਰਨੀ ਆ। ਉਹ ਲਿਖਦੇ, ਗੌਰੀ ਰਾਇਆ ਮਾਤ ਪਿਤ ਸੇਖਵਾ ਨਗਰ ਉਦਾਰ, ਗੁਲਾਬ ਸਿੰਘ ਕੁਲਦੀਪ ਸੁਤ ਕਰਿਓ ਗ੍ਰੰਥ ਨਿਰਧਾਰ। ਇਹ ਭਾਵਰ ਸਾਮਰਤ ਵਿੱਚ ਹੀ ਪ੍ਰਮਾਣ ਹੁੰਦਾ ਹੈ। ਦੂਸਰਾ ਦਾ ਮਦਰ ਦੇਸ਼ ਮੰਡਨ ਜਹਾਂ, ਪੁਰਖ ਸੇਵਕ ਅਬਿਰਾਮ, ਰਾਇਆ ਜਨਕ ਪ੍ਰਸਿੱਧ ਜਗ, ਜਨਨੀ ਗੌਰੀ ਨਾਮ। ਇਹ ਮੋਕਸ਼ ਪੰਥ ਵਿੱਚ ਆਉਂਦਾ ਦੋਹਰਾ। ਅਤੇ ਇੱਕ ਦੋਹਰਾ ਪ੍ਰਬੋਧ ਚੰਦਰ ਨਾਟਕ 'ਚ ਵੀ ਆਉਂਦਾ ਮਾਤਾ ਪਿਤਾ ਦਾ ਬਾਰੇ ਦੱਸਦੇ ਹੋਏ, ਗੌਰੀ ਜਨਨੀ ਲੋਕ ਮੈਂ, ਰਾਇਆ ਜਨਕ ਮਹਾਨ, ਗੁਲਾਬ ਸਿੰਘ ਸੁਤ ਤਾਹੇ ਕੇ, ਨਾਟਕ ਕੀਨ ਬਖਾਨ। ਇਸ ਤਰ੍ਹਾਂ ਆਪਣੀ ਮਾਤਾ ਦਾ ਨਾਮ ਲਿਖਿਆ, ਨਗਰ ਦਾ ਨਾਮ ਲਿਖਿਆ ਅਤੇ ਮਾਤਾ ਪਿਤਾ ਵੀ ਖੂਬ ਅਮਰ ਕਰ ਦਿੱਤੇ। ਹੁਣ ਸੰਪਰਦਾਵਾਂ ਦੇ ਵਿੱਚ ਗ੍ਰੰਥ ਪੜ੍ਹਾਏ ਜਾਂਦੇ ਆ। ਪੰਡਿਤ ਗੁਲਾਬ ਸਿੰਘ ਜੀ ਦੇ ਲਿਖੇ ਹੋਏ ਇਹਨਾਂ ਦੀ ਜੋ ਕ੍ਰਿਤ ਹੈ। ਅਤੇ ਜਦੋਂ ਆਪਾਂ ਗ੍ਰੰਥ ਪੜ੍ਹਦੇ ਹਾਂ ਤਾਂ ਵੇਖ ਲਓ, ਨਗਰ ਦਾ ਨਾਮ ਵੀ ਵਿੱਚ ਆਉਂਦਾ ਹੈ, ਮਾਤਾ ਪਿਤਾ ਦਾ ਨਾਮ ਵੀ ਵਿੱਚ ਆਉਂਦਾ ਹੈ। ਇਸ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਉਹਨਾਂ ਦਾ ਆਇਆ ਹੋਇਆ ਪ੍ਰਵਾਨ ਹੈ। ਔਲਾਦਾਂ ਨਾਲ, ਪਰਿਵਾਰਾਂ ਨਾਲ ਆਏ ਪ੍ਰਵਾਨ ਨਹੀਂ ਹੋਈਦਾ। ਗੁਰਬਾਣੀ 'ਚ ਸ਼ਬਦ ਹੈ, ਆਇਆ ਉਹ ਪ੍ਰਵਾਨ ਹੈ ਜੇ ਕੁਲ ਕਾ ਕਰੇ ਉਧਾਰ, ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਸੋ ਸਾਰ। ਅੱਗੇ ਜਾਤ ਨਹੀਂ ਪੁੱਛੀ ਜਾਂਦੀ, ਕਰਨੀ ਕਮਾਈ ਨੂੰ ਪੁੱਛਿਆ ਜਾਂਦਾ ਹੈ। ਅਤੇ ਉਹ ਹੀ ਆ ਪ੍ਰਵਾਨ ਹੈ ਜੇ ਆਪਣੀ ਕੁਲ ਦਾ ਉਧਾਰ ਕਰ ਦੇਵੇ। ਦੂਜੇ ਦਾ ਆਇਆ ਕੀ ਫਾਇਦਾ। ਕੀ ਫਾਇਦਾ। ਗੁਰੂ ਸਾਹਿਬ ਦੇ ਕਹਿੰਦੇ ਕਿ ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਜਿਨ੍ਹਾਂ ਦੇ ਮਾਤਾਵਾਂ ਦੇ ਪੁੱਤਰਾਂ ਦੇ ਹਿਰਦਿਆਂ ਵਿੱਚ ਨਾਮ ਨਹੀਂ ਵਸਿਆ, ਉਹਦੇ ਮਾਤਾ ਹੀ ਗੁਰੂ ਸਾਹਿਬ ਕਹਿੰਦੇ ਰੱਬ ਬਾਂਝ ਕਰ ਦਿੰਦਾ। ਪਰ ਪੰਡਿਤ ਗੁਲਾਬ ਸਿੰਘ ਵਰਗੇ ਮਹਾਰਾਜ ਜਿਨ੍ਹਾਂ ਨੇ ਕਿੱਡੇ ਸੋਹਣੇ ਗ੍ਰੰਥ ਲਿਖੇ ਆ, ਪੜ੍ਹੀਏ ਅਤੇ ਸਾਧ ਸੰਗਤ ਜੀ ਪਤਾ ਲੱਗਦਾ। ਧਿਆਨ ਨਾਲ ਪੜ੍ਹੇ ਅਤੇ ਵਿਰਾਗ ਹੁੰਦਾ ਹੈ। ਕਈ ਗਿਆਨ ਮਿਲਦੇ ਆ, ਕਿੰਨੀ ਉਹਨਾਂ ਦੀ ਭਾਵਨਾ ਪ੍ਰਤੀਤ ਹੁੰਦੀ ਹੈ ਗੁਰੂ ਦੇ ਪ੍ਰਤੀ, ਵਿਦਵਤਾ ਕਿੰਨੀ ਹੈ, ਇਹਦੇ ਪੜ੍ਹਿਆਂ ਪਤਾ ਲੱਗਦਾ ਹੈ।
ਬ੍ਰਹਮ ਵਿਦਿਆ ਦੇ ਮਾਰਗ 'ਤੇ ਜਿਹੜੇ ਪਏ ਸੰਤ ਮਹਾਂਪੁਰਸ਼, ਜਿਹੜੇ ਜਿਸ ਚੀਜ਼ ਦੇ ਗਾਹਕ ਹੋਣ ਉਹ ਇਹ ਗੱਲ ਨੂੰ ਸਮਝਦੇ ਹੈ। ਦੂਸਰੇ ਸਾਡੇ ਵਰਗ ਨੂੰ ਕੀ ਪਤਾ, ਜਿਹੜੇ ਇਸ ਚੀਜ਼ ਦੇ ਰਾਹੀ ਉਹਨਾਂ ਨੂੰ ਪਤਾ ਵੀ ਕਿੰਨੀ ਕੀਮਤੀ ਵਿਚਾਰਾਂ ਪੰਡਿਤ ਗੁਲਾਬ ਸਿੰਘ ਜੀ ਲਿਖੀਆਂ ਹੋਈਆਂ ਹੈ। ਇਵੇਂ ਮਹਾਂਪੁਰਸ਼ਾਂ ਦਾ ਜਿਹੜਾ ਆਉਣਾ ਹੈ ਸਾਧ ਸੰਗਤ ਜੀ, ਉਹ ਸਫਲ ਹੁੰਦਾ ਹੈ। ਸਫਲ 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 ਭਈ ਯਾਤਰਾ। ਗੁਰਮੁਖਾਂ ਦਾ ਆਉਣਾ ਇਹੀ ਹੈ, ਉਹ ਪਰਉਪਕਾਰ ਵਾਸਤੇ ਆਉਂਦੇ। ਜਨਮ ਮਰਨ ਦੁਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਣ, ਹਰਸ਼ੋ ਲੈਣ ਮਲਾਈ। ਐਸੇ ਸੰਤ ਮਹਾਰਾਜਾਂ ਦਾ ਜੀਵਨ ਬਹੁਤ ਹੀ ਦੁਰਲੱਭ ਹੈ, ਜਿਹੜੇ ਦੁਰਲੱਭ ਦੇ ਤਤਕਾਲ ਉਧਾਰੇ। ਐਸੇ ਮਹਾਂਪੁਰਸ਼ਾਂ ਨੂੰ ਨਮਸਕਾਰਾਂ ਕਰੀਏ। ਇਹ ਉਹਨਾਂ ਦਾ ਜੀਵਨ ਹੈ, ਜਿੰਨਾ ਕੁ ਟੀਕਿਆਂ ਦੇ ਵਿੱਚ ਲਿਖਿਆ ਹੋਇਆ ਹੈ। ਕਾਫੀ ਟੀਕੇ ਭਾਵ ਸਮਰੱਧ ਵੀ ਸੰਪਰਦਾਇ ਮਹਾਂਪੁਰਸ਼ਾਂ ਨੇ ਕੀਤੇ ਹੈ। ਅਤੇ ਇਸੇ ਤਰ੍ਹਾਂ ਪ੍ਰਬੋਧ ਚੰਦਰ ਨਾਟਕ ਦੇ, ਮੋਕਸ਼ ਪੰਥ ਦੇ, ਹੋਰ ਗ੍ਰੰਥਾਂ ਦੇ ਵੀ ਟੀਕੇ ਹੋਏ ਹਨ। ਫਿਰ ਵੀ ਸਾਧ ਸੰਗਤ ਜੀ, ਜਿਹੜੇ ਕੋਈ ਵੇਦ, ਜਿਵੇਂ ਵੇਦ ਹੈ, ਪੁਰਾਣ ਹਨ, ਸਿਮਰਤੀਆਂ, ਸਾਰਿਆਂ ਦੇ ਟੀਕੇ ਹੋਏ ਪਏ ਹਨ। ਜਿੰਨਾ ਚਿਰ ਗੁਰੂ ਧਾਰਨ ਨਾ ਕਰੀਏ, ਉਸਤਾਦ ਧਾਰਨ ਨਾ ਕਰੀਏ, ਉਹਨਾਂ ਚਿਰ ਵਿਦਵਤਾ ਬਣਦੀ ਕੋਈ ਨਹੀਂ, ਵਿਦਿਆ ਆਉਂਦੀ ਕੋਈ ਨਹੀਂ। ਗਿਆਨ ਤਾਂ ਸਭ ਦੇ ਅੰਦਰ ਹੀ ਆ। ਮਹਾਰਾਜ ਕਹਿੰਦੇ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਉਹ ਪਰਮਾਰਥ ਦੇ ਗੁਰੂ, ਗੁਰੂ ਨਾਨਕ ਸਾਹਿਬ ਹੋਣੀ, ਸੱਚੇ ਪਾਤਸ਼ਾਹ ਜੀ, 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ। ਜਦੋਂ ਆਪਾਂ ਵਿੱਦਿਆ ਪੜ੍ਹਨੀ ਹੈ, ਉਦੋਂ ਉਸਤਾਦ ਧਾਰਨ ਕਰਨਾ ਪੈਂਦਾ ਹੈ। ਉਸਤਾਦ ਦੇ ਦੱਸੇ ਤੋਂ ਬਿਨਾਂ ਵਿੱਦਿਆ ਆਉਂਦੀ ਕੋਈ ਨਹੀਂ। ਇਸ ਕਰਕੇ ਮਹਾਰਾਜ ਜੀ ਦੀ ਕਿਰਪਾ ਸਦਕਾ ਮਹਾਂਪੁਰਸ਼ਾਂ ਤੋਂ ਵਿੱਦਿਆ ਜਿਵੇਂ ਪੜ੍ਹੀ ਹੈ, ਜਿੰਨੀ ਕੁ ਸਮਝ ਪੈਂਦੀ ਹੈ, ਉਹਦੇ ਮੁਤਾਬਕ ਆਪਾਂ ਇਸ ਗ੍ਰੰਥ ਦੀ ਵਿਚਾਰ ਕਰਾਂਗੇ। ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਸੰਪੂਰਨ ਤੌਰ 'ਤੇ ਭਾਵ ਰਸਾਮਰਤ ਗ੍ਰੰਥ ਦੀ ਕਥਾ ਕਰਵਾ ਲੈਣ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਇਵੇਂ ਅੱਜ ਆਪਾਂ ਮੰਗਲ ਪੂਰਾ ਪੜ੍ਹਿਆ ਹੈ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਕੱਲ੍ਹ ਤੋਂ ਆਪਾਂ ਸਿੱਧਾ ਹੀ ਜੋ ਵਸਤੂ ਨਿਰਦੇਸ਼ ਮੰਗਲ ਹੈ ਉਹ ਪੜ੍ਹ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਪ੍ਰਾਰੰਭ ਕਰ ਲਿਆ ਕਰਾਂਗੇ। ਹੁਣ ਇੱਥੇ ਹੀ ਆਪਾਂ ਜਿਹੜੀ ਹੈ ਸਮਾਪਤੀ ਅੱਜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।